ਤੋਸੋ ਅਗਿਆਨ ਨਾ ਤੋਸੋ ਵਿਚਾਰੀ। ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੁਹਾਡੇ ਵਰਗਾ ਵਿਚਾਰਵਾਨ ਕੋਈ ਨਹੀਂ। ਕਹਿੰਦੇ ਮੇਰੇ ਹੈ ਅਵਗੁਣ, ਮੈਂ ਔਗੁਣਾਂ ਨਾਲ ਭਰਿਆ, ਤੂੰ ਗੁਣ ਸਾਗਰ। ਜਿਵੇਂ ਬਾਣੀ 'ਚ ਨਹੀਂ ਸਤਿਗੁਰ ਨੇ ਕਿਹਾ, ਕਹਿੰਦੇ ਮਹਾਰਾਜ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਹਾਂ, ਪਰ ਤੁਹਾਡੇ ਤੇ ਮੇਰੇ 'ਚ ਫਰਕ ਪਤਾ ਕੀ ਆ? ਤੁਸੀਂ ਗੁਣਾਂ ਦੇ ਸਮੁੰਦਰ ਹੋ, ਮੈਂ ਔਗੁਣਾਂ ਦਾ ਸਮੁੰਦਰ ਹਾਂ। ਜਿੰਨਾ ਸਮੁੰਦਰ 'ਚ ਪਾਣੀ ਹੈ ਇੰਨੇ ਤੁਹਾਡੇ 'ਚ ਗੁਣ ਨੇ, ਜਿੰਨਾ ਸਮੁੰਦਰ 'ਚ ਪਾਣੀ ਹੈ ਇੰਨੇ ਮੇਰੇ 'ਚ, ਸਾਰੇ ਬੋਲੋ ਜੀ, ਇੰਨੇ ਮੇਰੇ 'ਚ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਅੱਗੇ ਪੜ੍ਹੋ ਕੀ ਹੈ? ਤੇਤੇ ਜਿੰਨਾ ਸਮੁੰਦਰ 'ਚ ਪਾਣੀ ਹੈ, ਜਿੰਨੇ ਸਮੁੰਦਰ 'ਚ ਪਾਣੀ ਹੈ ਇੱਦਾਂ ਮੇਰੇ 'ਚ ਔਗਣ ਭਰੇ ਪਏ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਤੇ ਦੂਜੇ ਬੰਨੇ ਇਹ ਵੀ ਆਖਿਆ ਤੂੰ ਸਾਗਰ ਹੋ ਰਤਨਾਗਰ ਹੋ। ਤੁਸੀਂ ਸਾਗਰ ਹੋ ਪਰ ਕਾਹਦੇ? ਰਤਨਾਂ ਨਾਲ ਭਰੇ ਪਏ ਹੋ। ਅਸੀਂ ਔਗਣਾਂ ਨਾਲ ਭਰੇ ਪਏ ਹਾਂ, ਤੁਸੀਂ ਰਤਨਾਂ ਨਾਲ ਭਰੇ ਪਏ ਹੋ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਮੈਂ ਜਾ ਰਿਹਾ ਵਾਂ ਮਾੜਿਆਂ ਕੰਮਾਂ ਵਾਲੇ ਬੰਨੇ, ਮੈਨੂੰ ਜਾਂਦੇ ਨੂੰ ਆਸਰਾ ਤੁਹਾਡਾ ਕਿ ਤੁਸੀਂ ਮੈਨੂੰ ਖਿੱਚ ਕੇ ਚੰਗੇ ਬੰਨੇ ਲਾ ਲੈਣਾ ਹੈ। ਹਮਸਰ ਦੀਨ ਦਇਆਲ ਨਾ ਤੋਸਰ, ਰੋਜ਼ ਵਹਿ ਰਹੀ ਹੈ ਦੁਨੀਆ। ਬੜਾ ਪਿਆਰਾ ਵਾਕ ਹੈ ਜਦੋਂ ਅਸੀਂ ਬਾਣੀ 'ਚ ਪੜ੍ਹਦੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਜਿਵੇਂ ਕੋਈ ਬੰਦਾ ਨਦੀ 'ਚ ਰੁੜ ਰਿਹਾ ਹੋਵੇ ਤੇ ਉਹਨੂੰ ਲੋਕ ਕਹਿੰਦੇ ਆਓ ਇਹਨੂੰ ਬਚਾਓ ਭਾਈ, ਕੋਈ ਪੱਗ ਸੁੱਟੋ, ਕੋਈ ਰੱਸਾ ਸੁੱਟੋ, ਕੋਈ ਚੀਜ਼ ਫੜਾਓ, ਇਹਨੂੰ ਖਿੱਚ ਕੇ ਬਾਹਰ ਲੈ ਆਓ। ਕੋਈ ਤਾਰੂ ਜਾਵੇ, ਕੋਈ ਚੁੱਭੀ ਮਾਰਨ ਵਾਲਾ ਜਾਵੇ, ਇਹਨੂੰ ਖਿੱਚ ਕੇ ਬਾਹਰ ਲੈ ਆਓ ਭਾਈ, ਡੁੱਬਦੇ ਨੂੰ ਬਚਾਓ। ਬਾਹਰ ਦੀ ਨਦੀ 'ਚੋਂ ਤੇ ਕੋਈ ਬਚਾ ਲੂ, ਪਰ ਬੰਦੇ ਦੇ ਅੰਦਰ ਚਾਰ ਨਦੀਆਂ ਵਹਿ ਰਹੀਆਂ ਨੇ, ਹੰਸ, ਹਿੰਸਾ, ਹੇਤ। ਹੇਤ ਦਾ ਅਰਥ ਹੈ ਮੋਹ। ਹੰਸ ਹੇਤ ਲੋਭ ਲਾਲਚ ਕੋਪ ਕ੍ਰੋਧ, ਚਾਰੇ ਨਦੀਆਂ ਅੱਗ। ਤੇ ਕਮਾਲ ਦੀ ਗੱਲ ਤੁਸੀਂ ਵੇਖੋ, ਇਹ ਚਾਰੇ ਨਦੀਆਂ ਇੱਦਾਂ ਦੀਆਂ ਜਿਹਦੇ ਅੰਦਰ ਇੱਕ ਨਦੀ ਹੋਏਗੀ ਬਾਕੀ ਤਿੰਨ ਨਦੀਆਂ ਹੋਣੀਆਂ ਸੁਭਾਵਿਕ ਹੀ ਨੇ। ਇਹ ਨਦੀਆਂ ਵਿੱਚ ਸਮਾਜ ਰੁੜ ਰਿਹਾ। ਆਹ ਕੱਲ੍ਹ ਦੀ ਘਟਨਾ ਹੈ ਨਾ ਲੁਧਿਆਣੇ ਦੀ, ਜਿੱਥੇ ਇੱਕ ਤਾਏ ਵੱਲੋਂ ਆਪਣੇ ਹੀ ਛੋਟੇ ਭਰਾ ਦੇ ਬੇਟੇ ਦਾ, ਬੋਲੋ ਜੀ, ਕਤਲ ਕੀਤਾ ਗਿਆ। ਸਹਿਜਪ੍ਰੀਤ ਸਿੰਘ ਜਿਹੜਾ ਛੋਟਾ ਜਿਹਾ ਮਾਸੂਮ ਬੱਚਾ, 7-8 ਸਾਲ ਦਾ ਉਹ ਬੱਚਾ ਹੈ, ਕਿੰਨੀ ਸੋਹਣੀ ਉਹਨੇ ਦਸਤਾਰ ਸਿਰ 'ਤੇ ਸਜਾਈ ਹੈ। ਅਤੇ ਉਹ ਦੱਸਣ ਵਾਲੇ ਦੱਸਦੇ ਵੀ ਲਾਗੇ ਗੁਰਦੁਆਰੇ ਆਣ ਕੇ ਉਹ ਸੇਵਾ ਵੀ ਕਰਦਾ ਸੀ। ਜਿੱਦਾਂ ਬੱਚਾ ਪਿਆਰਾ ਕੀਰਤਨ ਨਹੀਂ ਹੁਣੇ ਕਰਕੇ ਗਿਆ ਮਾਸੂਮ ਬੱਚਾ, ਤੇ ਦੁਸ਼ਮਣ ਦਾ ਵੀ ਹੋਵੇ ਉਹਨੂੰ ਵੀ ਮਾਰ ਲੱਗਿਆ 100 ਵਾਰ ਬੰਦਾ ਸੋਚਦਾ। ਬੰਦਾ ਸਿੰਘ ਬਹਾਦਰ, ਜਦੋਂ ਦੁਸ਼ਮਣਾਂ ਨੇ ਉਹਨੂੰ ਕਿਹਾ ਕਿ ਆਹ ਤੇਰਾ ਬੱਚਾ ਹੈ, ਇਹਦਾ ਆਪਣੇ ਹੱਥੀਂ ਦਿਲ ਕੱਢ, ਤੇ ਬਾਬਾ ਬੰਦਾ ਸਿੰਘ ਬਹਾਦਰ ਬੜੇ ਪਿਆਰ ਨਾਲ ਜਵਾਬ ਦਿੰਦੇ ਨੇ, ਕਹਿੰਦੇ ਉਹ ਕਮਲਿਓ, ਇਹ ਤਾਂ ਮੇਰਾ ਆਪਣਾ ਖੂਨ ਹੈ, ਤੁਸੀਂ ਮੈਨੂੰ ਦੁਸ਼ਮਣ ਦਾ ਬੱਚਾ ਵੀ ਲਿਆ ਕੇ ਦੇ ਦਿਓ ਨਾ, ਕਹੋ ਵੀ ਉਹਦਾ ਦਿਲ ਕੱਢ, ਮੈਂ ਉਹਦਾ ਵੀ ਦਿਲ ਨਹੀਂ ਕੱਢਾਂਗਾ। ਮੈਂ ਨਾ ਕੋਈ ਗੁਨਾਹ ਕਰਨ ਵਾਲਾ ਇਨਸਾਨ ਨਹੀਂ ਹਾਂ। ਦੁਸ਼ਮਣ ਦਾ ਬੱਚਾ ਵੀ। ਤੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਰਹਿਣ ਵਾਲਾ, ਜਿਹਦੇ ਭਰਾ ਨਾਰ ਖਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਬਾਹਰ ਮੈਦਾਨੇ ਜੰਗ ਵਿੱਚ ਖਤਮ ਕੀਤਾ ਸੀ, ਅਤੇ ਉਹਨੂੰ ਕਿਹਾ ਗਿਆ ਵੀ ਤੂੰ ਆਪਣੇ ਭਰਾ ਦਾ ਬਦਲਾ ਲੈ ਲੈ। ਸਾਹਿਬਜ਼ਾਦੇ ਨੂੰ ਨੀਹਾਂ ਚਿਣ ਕੇ, ਅਤੇ ਉਹਨੇ ਕੀ ਮਾਰਿਆ? ਹਾ ਦਾ ਨਾਰਾ। ਅੱਜ ਵੀ ਮਲੇਰਕੋਟਲੇ ਜਾਓ, ਉਹਦੇ ਨਾਂ 'ਤੇ ਗੁਰਦੁਆਰਾ ਬਣਿਆ, ਹਾ ਦਾ ਨਾਰਾ ਮਾਰਿਆ। ਉਹ ਕਹਿੰਦਾ ਠੀਕ ਹੈ, ਮੇਰੇ ਭਰਾ ਦੇ ਨਾਲ ਜੋ ਪ੍ਰੋਬਲਮ ਸੀ, ਮੇਰੇ ਭਰਾ ਨੂੰ ਖਤਮ ਕੀਤਾ, ਮੈਂ ਮੈਦਾਨੇ ਜੰਗ ਵਿੱਚ ਬਦਲਾ ਲਵਾਂਗਾ, ਪਰ ਇੱਥੇ ਮੈਂ ਇਹਨਾਂ ਸਾਹਿਬਜ਼ਾਦਿਆਂ ਦੇ ਉੱਤੇ ਜ਼ੁਲਮ ਨਹੀਂ ਕਰਾਂਗਾ। ਉਹਨੇ ਕਿਹਾ ਇਹ ਕੰਮ ਨਹੀਂ ਕਰਾਂਗਾ। ਇਹ ਕਿਹੜੀ ਨਸਲ ਦੇ ਲੋਕ ਹੋਣਗੇ ਜਿਹੜੇ ਆਪਣੇ ਖੂਨ ਪਰਿਵਾਰ ਦੇ ਜੀ? ਸੋਚ ਕੇ ਵੇਖੋ, ਭਰਾ ਦਾ ਬੱਚਾ ਤੇ ਆਪਣੇ ਬੱਚਿਆਂ ਵਰਗਾ ਹੀ ਹੁੰਦਾ ਹੈ। ਤਾਏ ਦਾ ਭਰਾ ਦਾ, ਵੱਡੇ ਭਰਾ ਦਾ ਬੱਚਾ, ਛੋਟੇ ਭਰਾ ਦਾ ਬੱਚਾ, ਕੋਈ ਫਰਕ ਹੁੰਦਾ ਹੈ ਜੀ? ਤੇ ਕਾਰਨ ਕੀ ਹੋਏਗਾ? ਕੋਈ ਜਾਇਦਾਦ ਹੋ ਸਕਦਾ ਹੈ ਕਾਰਨ, ਜਾਂ ਕੋਈ ਮੈਨੂੰ ਕੋਈ ਗੱਲ ਕਹਿ ਦਿੱਤੀ, ਕਾਰਨ ਇਹੋ ਹੀ ਨੇ। ਕਾਰਨ ਕੋ ਵੱਡੇ ਥੋੜ੍ਹਾ। ਮਾਸੂਮ ਬੱਚੇ ਨੂੰ ਜਾ ਕੇ ਮਾਰ ਕੇ ਤੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਹੁਣ ਇਹ ਚਾਰੇ ਨਦੀਆਂ ਵਹਿ ਰਹੀਆਂ। ਹੰਸ, ਹੰਸ ਦਾ ਅਰਥ ਹੈ ਹਿੰਸਾ, ਹਿੰਸਕ ਹੋਣਾ, ਮਾਰ ਦੇਣਾ, ਹਿੰਸਕ ਹੋਣਾ। ਹੰਸ ਹੇਤ, ਹੇਤ ਕਹਿੰਦੇ ਨੇ ਮੋਹ ਨੂੰ। ਹੁਣ ਮੋਹ ਹੈਗਾ ਸੀ ਤਾਂ ਹੀ ਹਿੰਸਕ ਹੋਇਆ ਨਾ, ਕਿਉਂਕਿ ਉਹ ਆਪਣੇ ਨੂੰ ਨਹੀਂ ਮਾਰਿਆ ਉਹਨੇ ਕਿਸੇ ਨੂੰ, ਕਿਉਂਕਿ ਮੋਹ ਸੀ ਨਾ, ਅਟੈਚਮੈਂਟ ਸੀ। ਆਪਣੇ ਨੂੰ ਨਹੀਂ ਮਾਰਿਆ, ਭਰਾ ਦੇ ਬੱਚੇ ਨੂੰ ਕਿਉਂ ਮਾਰਿਆ? ਕਿਉਂਕਿ ਇੱਧਰ ਮੋਹ ਸੀ, ਹਿੰਸਕ ਸੀ। ਅਤੇ ਹੇਤ ਸੀ, ਹੇਤ ਲੋਭ ਲਾਲਚ ਸੀ। ਜਾਇਦਾਦ ਕਾਰਨ ਹੋ ਸਕਦਾ, ਕਾਰਨ ਕਈ ਲੱਭ ਜਾਣੇ ਨੇ। ਹੰਸ ਹੇਤ ਲੋਭ ਕੋਪ, ਕੋਪ ਕਹਿੰਦੇ ਕ੍ਰੋਧ ਨੂੰ। ਕਿੰਨਾ ਕ੍ਰੋਧ ਆਇਆ ਹੋਵੇਗਾ ਜਦੋਂ ਆਪਣੇ ਭਰਾ ਦੇ ਬੱਚੇ ਉੱਤੇ ਹੀ ਇਹ ਵਾਰ ਕੀਤਾ ਹੋਏਗਾ। ਸੋਚ ਕੇ ਵੇਖੋ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਆਏ ਦਿਨ ਆਪਾਂ ਕੋਈ ਨਾ ਕੋਈ ਇੱਦਾਂ ਦੀ ਅਣਸਖਾਵੀਂ ਘਟਨਾ ਜਿਹੜੀ ਹੈ
ਉਹ ਸਾਡੇ ਸਮਾਜ ਵਿੱਚ ਵਾਪਰਦੀ ਹੈ। ਅਤੇ ਮੈਂ ਕੱਲ੍ਹ ਦਾ ਵੇਖ ਰਿਹਾ ਸੀ, ਪਤਾ ਲੋਕ ਲਿਖ ਕੇ ਕੀ ਪਾਉਂਦੇ ਨੇ, ਇਹ ਤਾਏ ਚਾਚੇ ਕਿਸੇ ਦੇ ਨਹੀਂ ਬਣਦੇ। ਇਹ ਗੱਲਾਂ ਗਲਤ ਨੇ। ਅੱਜ ਵੀ ਸਮਾਜ ਵਿੱਚ ਐਸੇ ਲੋਕ ਹੈਗੇ ਨੇ ਜਿਹੜੇ ਆਪਣੇ ਬੱਚਿਆਂ ਨਾਲੋਂ ਆਪਣੇ ਭਰਾ ਦੇ ਬੱਚਿਆਂ ਦਾ ਜ਼ਿਆਦਾ ਕਰਦੇ। ਕਿਤੇ ਦੁਨੀਆ ਦੇ ਅੰਦਰ ਚੰਗੇ ਇਨਸਾਨ ਮੁੱਕ ਥੋੜ੍ਹਾ ਗਏ ਨੇ। ਤੁਹਾਡੇ ਵਿੱਚ ਕਈ ਇਨਸਾਨ ਇੱਦਾਂ ਦੇ ਬੈਠੇ ਹੋਣੇ ਨੇ, ਜਿਹੜੇ ਕਈ ਦਰਾਣੀਆਂ ਜਠਾਣੀਆਂ ਇੱਦਾਂ ਦੀਆਂ ਬੈਠੀਆਂ ਹੋਣੀਆਂ ਨੇ ਜਿਹੜੀਆਂ ਆਪਣੇ ਬੱਚਿਆਂ ਨਾਲੋਂ ਵੱਧ ਆਪਣੀ ਜਠਾਣੀ ਅਤੇ ਆਪਣੀ ਦਰਾਣੀ ਦੇ ਬੱਚੇ ਨਾਲ ਵੱਧ ਪਿਆਰ ਕਰਦੀਆਂ ਹੋਣਗੀਆਂ। ਸਮਾਜ ਵਿੱਚੋਂ ਕਿਤੇ ਚੰਗਿਆਈ ਮਰ ਥੋੜ੍ਹਾ ਗਈ ਹੈ। 2-4 ਕਿਸਮ ਦੇ ਇੱਦਾਂ ਦੇ ਭੇੜੀਏ ਕਿਸਮ ਦੇ ਲੋਕ ਹੋਣ, ਸਾਰੇ ਸਮਾਜ ਨੂੰ ਇੱਕੇ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਪਰ ਸਮਾਜ ਵਿੱਚ ਇੱਦਾਂ ਦੇ ਬਹਿਰੂਪੀਏ ਭੇੜੀਏ ਕਿਸਮ ਦੇ, ਅਤੇ ਹੁਣ ਸਟੇਟਮੈਂਟਾਂ ਕਿਹੜੀਆਂ ਆ ਰਹੀਆਂ ਨੇ, ਇਹ ਮੈਂਟਲੀ ਅਪਸੈਟ ਸੀ, ਇਹ ਠੀਕ ਨਹੀਂ ਸੀ, ਡਿਪਰੈਸ਼ਨ ਦਾ ਸ਼ਿਕਾਰ ਸੀ, ਇੱਦਾਂ ਦੇ ਸ਼ਬਦ ਆ ਰਹੇ ਨੇ। ਜੇ ਮੈਂਟਲੀ ਅਪਸੈਟ ਸੀ, ਇਹ ਤਾਂ ਜਿਵੇਂ ਨਸ਼ੇੜੀ ਬੰਦੇ ਬਾਰੇ ਨਹੀਂ ਕਹਿੰਦੇ, ਉਹ ਕਿਸੇ ਦੀ ਕੋਈ ਚੀਜ਼ ਚੋਰੀ ਕਰਕੇ ਲੈ ਆਵੇ, ਅਤੇ ਆਮ ਕਹਿੰਦੇ ਜੀ ਨਸ਼ੇ 'ਚ ਲੈ ਆ ਚੀਜ਼ ਚੋਰੀ ਕਰਕੇ। ਕਦੀ ਕਿਸੇ ਬੰਦੇ ਨੇ ਨਸ਼ੇ 'ਚ ਆਪਣੇ ਘਰ ਦੀ ਵਸਤੂ ਬਾਹਰ ਸੁੱਟੀ ਹੈ? ਕਿਉਂ ਸਾਧ ਸੰਗਤ ਜੀ? ਨਸ਼ੇ 'ਚ ਬਾਹਰੋਂ ਹੀ ਚੀਜ਼ਾਂ ਘਰ ਨੂੰ ਲੈ ਕੇ ਆਉਂਦਾ, ਘਰ ਦੀ ਚੀਜ਼ ਤਾਂ ਕਦੀ ਬਾਹਰ ਸੁੱਟੀ ਨਹੀਂ। ਜਾਂ ਤਾਂ ਕਦੇ ਵੀ ਘਰ ਦੀ ਚੀਜ਼। ਹੁਣ ਜਿਹੜੇ ਬੰਦੇ ਨੂੰ ਇਹ ਕਿਹਾ ਜਾ ਰਿਹਾ ਜੀ ਇਹ ਮੈਂਟਲੀ ਅਪਸੈਟ ਹੈ, ਆਪਣੇ ਪਰਿਵਾਰ ਦੇ ਕਿਸੇ ਜੀਅ 'ਤੇ ਹਮਲਾ ਕਿਉਂ ਨਹੀਂ ਕੀਤਾ? ਭਰਾ ਦੇ ਬੱਚੇ 'ਤੇ ਕਿਉਂ ਹਮਲਾ ਹੋਇਆ? ਜਾਂ ਤਾਂ ਕਦੀ ਆਪਣੇ ਬੱਚੇ ਉੱਤੇ ਵੀ ਵਾਰ ਕੀਤਾ ਹੁੰਦਾ, ਫਿਰ ਮੰਨਦੇ ਜੀ ਇਹ ਤਾਂ ਪਹਿਲਾਂ ਵੀ 2-4 ਵਾਰ ਘਟਨਾ ਵਾਪਰ ਚੁੱਕੀ ਸੀ। ਕੀ ਇਸ ਘਟਨਾ ਤੋਂ ਬਾਅਦ ਸਮਾਜ 'ਚੋਂ ਘਟਨਾਵਾਂ ਵਾਪਰਨੀਆਂ ਮੁੱਕ ਜਾਣਗੀਆਂ ਭਲਾ? ਕਿਤੇ ਰੋਜ਼ ਹੀ ਇੱਕ ਅੱਧੀ ਖਬਰ ਸਾਡੇ ਸਾਹਮਣੇ ਆ ਜਾਂਦੀ ਹੈ, ਕਿਤੇ ਕੋਈ ਕਿਸੇ ਨੂੰ ਮਾਰ ਰਿਹਾ, ਕੋਈ ਕਿਤੇ ਖਤਮ ਕਰ ਰਿਹਾ। ਅਜੇ ਕੀ ਲੱਗਦਾ ਨਹੀਂ ਇਹ ਚੀਜ਼ਾਂ ਵੇਖ ਕੇ ਸਤਿਗੁਰ ਦੀ ਬਾਣੀ ਜਿਹੜੀ ਕਹਿ ਰਹੀ ਸੀ ਕਿ ਬੰਦਿਆ ਤੇਰੇ ਅੰਦਰ ਪਸ਼ੂ ਬੈਠੇ ਨੇ, ਇਹਨਾਂ ਪਸ਼ੂਆਂ ਨੂੰ ਮਾਰਨਾ ਹੈ। ਜਿਹੜੇ ਪਸ਼ੂ ਤੇਰੇ ਕੋਲੋਂ ਗਲਤ ਕੰਮ ਕਰਾਉਂਦੇ ਆ ਨਾ, ਇਹਨਾਂ ਪਸ਼ੂ ਨੂੰ ਮਾਰਨਾ ਹੀ ਤੇਰਾ ਮਨੁੱਖਾ ਜਨਮ ਦਾ ਪਹਿਲਾ ਮਨੋਰਥ ਹੈ। ਪਸ਼ੂ ਮਾਰ। ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਧ ਭੈ ਸ਼ਰੋਤੇ। ਜਿਹੜੇ ਬੰਦੇ ਦੇ ਅੰਦਰ ਪਸ਼ੂ ਬੈਠੇ ਆ ਨਾ, ਇਹ ਜਦੋਂ ਸ਼ਰੋਤੇ ਬਣ ਗਏ ਉਦੋਂ ਇਹਨੇ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ। ਨਹੀਂ ਤੇ ਇਹਦੇ ਅੰਦਰ ਦਾ ਇਹਦਾ ਪਸ਼ੂ ਇਹਨੂੰ ਗੁਰੂ ਦੇ ਕੋਲ ਬੈਠਣ ਨਹੀਂ ਦਿੰਦਾ। ਇਹ ਉਹ ਪੰਜਾਬ ਹੈ ਜਿਹੜਾ ਪੰਜਾਬ ਆਪ ਭੁੱਖਾ ਰਹਿ ਕੇ ਦੂਜਿਆਂ ਨੂੰ ਖਵਾਉਂਦਾ ਸੀ। ਇਹ ਉਹ ਲੋਕ ਸਨ ਜਿਹੜੇ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਸਵਾਰਦੇ ਸਨ। ਇਹ ਉਹ ਪੰਜਾਬੀ ਸਨ ਜਿਹੜਾ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਭਲਾ ਕਰਦੇ ਸਨ। ਅੱਜ ਅਸੀਂ ਪਦਾਰਥਵਾਦੀ ਯੁੱਗ ਅੰਦਰ ਕਿੱਥੇ ਪਹੁੰਚ ਗਏ? ਆਪਣਿਆਂ ਦੇ ਖੂਨ ਦੇ ਪਿਆਸੇ ਬਣ ਕੇ ਬਹਿ ਗਏ। ਜਦੋਂ ਔਰਤ ਦਾ ਪਤੀ ਚੜ੍ਹਾਈ ਕਰਦਾ ਹੈ ਨਾ, ਉਹ ਰੋਂਦੀ ਹੈ ਕਿ ਮੇਰੇ ਸਿਰ ਤੋਂ ਮੇਰਾ ਸਾਈਂ ਦਾ ਸਾਇਆ ਉੱਠ ਗਿਆ। ਪਰ ਬਾਣੀ 'ਚ ਪਤਾ ਕੀ ਲਿਖਿਆ? ਇੱਕ ਐਸੀ ਔਰਤ ਹੈ ਜਿਹੜੇ ਪਤੀ ਮਰਨ 'ਤੇ ਰੋਂਦੀ ਨਹੀਂ, ਸਗੋਂ ਹੱਸਦੀ ਹੈ, ਖੁਸ਼ ਹੁੰਦੀ ਹੈ। ਉਹ ਕਿਹੜੀ ਹੈ? ਸੁਣਿਓ ਬਾਣੀ 'ਚ ਕੀ ਲਿਖਿਆ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਜਦੋਂ ਖਸਮ ਮਰਦਾ ਤੇ ਨਾਰ ਨਹੀਂ ਰੋਂਦੀ। ਕਿਹੜੀ ਨਾਰ ਹੈ? ਉਹ ਜਾਇਦਾਦ ਰੂਪੀ ਔਰਤ ਹੈ। ਕਦੀ ਜ਼ਮੀਨ ਬੰਦੇ ਨੂੰ ਰੋਂਦੀ ਵੇਖੀ ਜੀ? ਬੋਲ ਕੇ ਦੱਸਿਓ। ਜ਼ਮੀਨ ਪਿੱਛੇ ਬੰਦਾ ਬੰਦੇ ਨੂੰ ਮਾਰ ਦਿੰਦਾ, ਕਦੀ ਜ਼ਮੀਨ ਵੀ ਰੋਂਦੀ ਵੇਖੀ ਬੰਦੇ ਨੂੰ? ਕਦੀ ਘਰ ਵੀ ਬੰਦੇ ਨੂੰ ਰੋਂਦਾ ਵੇਖਿਆ? ਜਿਹੜੇ ਘਰ ਬਦਲੇ, ਜਿਹੜੀ ਕੰਧ ਸਿੱਧੀ ਕਰਨ ਬਦਲੇ ਤੂੰ ਆਪਣੇ ਭਰਾ ਦਾ ਕਤਲ, ਭਰਾ ਦੇ ਬੱਚੇ ਦਾ ਕਤਲ ਕਰ ਦਿੱਤਾ। ਮਜ਼ਾ ਤੇ ਤਾਂ ਜੋ ਕੰਧਾਂ ਰੋਣ ਤੈਨੂੰ। ਉਹ ਕਹਿੰਦੀ ਚੰਗਾ ਹੋਇਆ ਜੇ ਗਲੋਂ ਲੈ ਗਿਆ ਤੂੰ। ਤੁਹਾਡੀ ਜੇਬ ਵਿੱਚ ਕੋਈ ਪੈਸਾ ਹੈ, ਤੁਹਾਡੇ ਗੁੱਟ 'ਤੇ ਕੋਈ ਤੁਸੀਂ ਕੜਾ ਪਾਇਆ ਹੈ, ਤੁਸੀਂ ਕਹੋ ਜੀ ਜਦੋਂ ਮੈਂ ਮਰ ਗਿਆ ਕੜੇ ਨੇ ਰੋਣਾ ਹੈ। ਨਾ 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 ਨਾ, ਮਰਨ ਦੀ ਦੇਰ ਹੈ। ਅਗਲਿਆਂ ਸਮਾਨ ਉਸ ਵੇਲੇ ਲਾ ਕੇ ਤੁਹਾਡੀ ਬੋਡੀ ਨਾਲੋਂ ਪਰਾਂ ਕਰ ਲੈਣਾ। ਇਹਨੇ ਨਹੀਂ ਰੋਣਾ, ਕਿਉਂਕਿ ਇਹਨੂੰ ਪਤਾ ਜਿਹਨੇ ਮੈਨੂੰ ਗਲ ਪਾ ਲਿਆ। ਹੁਣ ਟਰੈਕਟਰ ਹੈ, ਜਿਹੜਾ ਟਰੈਕਟਰ 'ਤੇ ਸਵਾਰੀ ਕਰਦਾ, ਜਿਹੜਾ ਉਹਦੇ ਨਾਲ ਪੈਲੀ ਵਾਹੁੰਦਾ, ਮਾਲਕ ਉਹਦਾ ਉਹ ਆ। ਜਿਵੇਂ ਆਮ ਨਹੀਂ ਕਹਿੰਦੇ ਜਿਸ ਕੀ ਲਾਠੀ, ਉੱਚੀ ਬੋਲੋ ਜੀ, ਜਿਸ ਕੀ ਲਾਠੀ ਉਸ ਕੀ ਭੈਂਸ। ਹਥਿਆਰਾਂ ਦੀ ਪੂਜਾ ਕਰਦੇ ਨੇ। ਹਥਿਆਰ ਦੀ ਪੂਜਾ ਦਾ ਮਤਲਬ ਕੀ ਰਹਿ ਗਿਆ? ਹਥਿਆਰ ਤੇ ਜਿਹਦਾ ਉਹਦਾ ਹੈ। ਤੁਸੀਂ ਹਥਿਆਰ ਦੀਆਂ ਰੋਜ਼ ਆਰਤੀਆਂ ਕਰੀ ਜਾਓ, ਵੈਪਨ ਦੀਆਂ ਰੋਜ਼ ਆਰਤੀਆਂ ਕਰੀ ਜਾਓ, ਪਰ ਜਦੋਂ ਅਗਲੇ ਨੇ ਫੜ ਕੇ ਚਲਾਉਣਾ, ਉਹਨੇ ਇਹ ਥੋੜ੍ਹਾ ਵੇਖਣਾ ਵੀ ਇਹ ਰੋਜ਼ ਮੱਥੇ ਟੇਕਦਾ ਸੀ ਮੈਨੂੰ। ਉਹ ਤਾਂ ਜਿਹਦੇ ਹੱਥ ਗਿਆ ਉਹਦਾ ਹੈ, ਸਾਡਾ ਨਹੀਂ। ਉਹ ਬਹੁਤ ਵਾਰੀ ਹੁੰਦਾ, ਕਈ ਵਾਰੀ ਦੁਸ਼ਮਣਾਂ ਦੀਆਂ, ਤੁਹਾਡੇ ਵਿੱਚ ਕਈ ਆਰਮੀ 'ਚ ਜੌਬ ਕਰਨ ਵਾਲੇ ਵੀਰ ਹੋਣਗੇ, ਕਈ ਵਾਰੀ ਆਪਾਂ ਦੂਜੇ ਦੇ ਏਰੀਏ ਜਾ ਕੇ ਵੀ ਉੱਥੇ ਅਟੈਕ ਕਰਕੇ ਉਹਨਾਂ ਦੇ ਵੈਪਨ ਫੜ ਕੇ ਅਗਲੇ ਵਾਰ ਕਰਦੇ ਸੀ। ਵੈਪਨ ਤੇ ਉਹਦਾ ਜਿਹਦੇ ਕੋਲ ਹੈਗਾ ਹੈ। ਕਈ ਵਾਰੀ ਆਪਾਂ ਵੈਪਨ 24 ਘੰਟੇ ਆਪਣੇ ਕੋਲ ਰੱਖਦੇ ਹਾਂ, 4 ਬੰਦੇ ਘੇਰ ਕੇ ਤੁਹਾਡਾ ਵੈਪਨ ਫੜ ਕੇ ਤੁਹਾਨੂੰ ਮਾਰ ਸਕਦੇ। ਮੈਂ ਕਹਾਂ ਜੀ ਮੈਂ ਤੇ ਪੂਜਾ ਕਰਦਾ ਉਹਦੀ ਰੋਜ਼ ਉੱਠ ਕੇ ਸਵੇਰੇ, ਮੈਂ ਤੇ ਆਰਤੀਆਂ ਉਤਾਰਦਾ। ਇਹ ਹਥਿਆਰਾਂ ਦੀ ਪੂਜਾ ਸਾਡਾ ਕਨਸੈਪਟ ਨਹੀਂ ਸੀ, ਪਰ ਬਹੁਤ ਕੁਝ ਸਾਡੇ ਦਿਮਾਗ ਵਿੱਚ ਪਾ ਦਿੱਤਾ ਗਿਆ। ਹਥਿਆਰ ਤੇ ਉਹਦਾ ਜਿਹਦੇ ਕੋਲ ਹੈ, ਜਿਹਨੇ ਵਰਤ ਲਿਆ, ਪੰਜਾਬੀ 'ਚ ਕਹੀਏ ਜਿਹਨੇ ਵਰਤ ਲਿਆ ਉਹਦਾ।
ਪਰ ਅਸੀਂ ਅੱਜ ਬੈਠੇ ਕਿੱਥੇ, ਅੱਜ ਸਾਡਾ ਸਮਾਜ ਖਲੋਤਾ ਕਿੱਥੇ। ਤੇ ਸੇਮ ਕਹਾਣੀ ਉਹ ਹੋ ਗਈ ਜਿਵੇਂ ਕਹਿੰਦੇ ਕਿਸੇ ਬੰਦੇ ਦੇ ਕੋਲ ਵੈਪਨ ਸੀ, ਉਹਨੂੰ ਚੋਰਾਂ ਨੇ ਰਸਤੇ 'ਚ ਡਾਕੂਆਂ ਨੇ ਘੇਰ ਲਿਆ, ਉਹਨੂੰ ਕਹਿੰਦੇ ਵੀ ਲਿਆ ਕੱਢ ਜੋ ਤੇਰੇ ਕੋਲ ਕੁਝ ਹੈਗਾ। ਉਹਨੂੰ ਕਹਿੰਦੇ ਜੋ ਤੇਰੇ ਕੋਲ ਹੈਗਾ ਕੱਢ ਦੇ। ਵਿਚਾਰੇ ਕੋਲ ਜੋ ਸੀ ਪਰਸ ਸੀ, ਜੋ ਉਹਦੇ ਕੋਲ ਘੜੀ ਸੀ, ਉਹਨੇ ਕੱਢਤੀ। ਜਦੋਂ ਅਖੀਰ ਤੇ ਗੱਲ ਆਈ ਕਹਿੰਦਾ ਹੋਰ ਕੁਝ ਹੈਗਾ, ਤਾਂ ਮਗਰੋਂ ਆਂਦਾ ਜੀ ਮੇਰੇ ਕੋਲ ਰਿਵਾਲਵਰ ਹੈਗਾ। ਉਹ ਆਂਦਾ ਲਿਆ ਵੀ ਫੜਾ। ਆਂਦਾ ਨਹੀਂ ਰਹਿਣ ਦਿਓ, ਇਹ ਲੋੜ ਪੈਣ 'ਤੇ ਕਿਤੇ ਕੰਮ ਆ ਜਾਂਦਾ। ਉਹ ਹੱਸ ਪਏ ਸਾਰੇ ਜਾਣੇ, ਕਹਿੰਦੇ ਇਹ ਤੋਂ ਵੱਡੀ ਲੋੜ ਕਿਹੜੀ ਪੈਣੀ ਤੈਨੂੰ। ਆਂਦਾ ਇਹ ਤੋਂ ਵੱਡੀ ਤੈਨੂੰ ਲੋੜ ਕਿਹੜੀ ਪੈਣੀ ਹੈ, ਵੀ ਜੇ ਤੂੰ ਨਾ ਲੋੜ ਪੈਣ 'ਤੇ ਕੰਮ ਆ ਜਾਣਾ, ਇਹ ਤੋਂ ਵੱਡੀ ਤੈਨੂੰ ਲੋੜ ਕਦੋਂ ਪੈਣੀ ਹੈ। ਮਾਫ਼ ਕਰਨਾ, ਸਾਡੇ ਨਾਲ ਵੀ ਇਹੋ ਕੁਝ ਵਾਪਰਦਾ। ਅਸੀਂ ਪਾਠ ਕੀਤਾ, ਗੁਰਦੁਆਰੇ ਗਏ, ਬਾਣੀ ਪੜ੍ਹੀ, ਸਭ ਕੁਝ ਕੀਤਾ। ਕਹਿੰਦੇ ਜੀ ਕਾਹਦੇ ਨਹੀਂ ਬਾਣੀ ਪੜ੍ਹੀ, ਲੋੜ ਪੈਣ 'ਤੇ ਕੰਮ ਆਜੂ। ਬਾਣੀ ਨੇ ਜ਼ਿੰਦਗੀ ਸਵਾਰਨੀ ਹੈ। ਜਿਹੜੀ ਵਕਤ ਕੋਈ ਹਥਿਆਰ ਕੋਈ ਚੀਜ਼ ਜਿਹੜੀ ਲੋੜ ਪੈਣ 'ਤੇ ਤੁਹਾਡੀ ਕੰਮ ਨਾ ਆਈ, ਉਹ ਤੁਹਾਡੀ ਆਪਣੀ ਕਾਹਦੀ ਹੋਈ ਭਾਈ। ਤੁਹਾਡੀ ਆਪਣੀ ਚੀਜ਼ ਉਹ ਆ ਜਿਹੜੀ ਤੁਸੀਂ ਵਰਤ ਲਈ। ਹਥਿਆਰ ਭਾਵੇਂ ਡੰਡਾ ਹੀ ਹੋਵੇ, ਲੋੜ ਪੈਣ ਤੇ ਵਰਤ ਲਿਆ, ਉਹ ਵੈਪਨ ਤੋਂ ਉੱਤੇ ਕੰਮ ਹੋ ਜਾਂਦਾ ਹੈ। ਜੇ ਵਰਤਿਆ ਨਾ ਹੋਵੇ ਤਾਂ ਭਾਵੇਂ ਤੁਹਾਡੇ ਕੋਲ ਵੈਪਨ ਜਿਹੜਾ ਮਰਜ਼ੀ ਮਹਿੰਗਾ ਹੋਵੇ। ਅੱਜ ਸਾਡਾ ਸਮਾਜ ਪਦਾਰਥ, ਅੱਜ ਪਦਾਰਥਾਂ ਨਾਲ ਪਿਆਰ ਪਾਇਆ ਜਾ ਰਿਹਾ ਹੈ। ਅੱਜ ਬੰਦਾ ਇੱਕ ਦੂਜੇ ਦੀ ਜੇਬ ਵੱਲ ਵੇਖਦਾ। ਬਾਣੀ 'ਚ ਲਿਖਿਆ ਦਰਸ਼ਨ ਦੇਖੇ ਦਇਆ ਨਾ ਹੋਏ। ਬੰਦਾ ਬੰਦੇ ਨੂੰ ਵੇਖ ਕੇ ਦਇਆ ਥੋੜ੍ਹਾ ਵਰਤ ਰਿਹਾ। ਲਏ ਦਿੱਤੇ ਬਿਨ ਰਹੇ ਨਾ ਕੋਏ। ਬੰਦਾ ਜੇਬ ਵੱਲ ਵੇਖ ਰਿਹਾ, ਇਹਦੇ ਕੋਲੋਂ ਮੈਨੂੰ ਮਿਲੂਗਾ ਕੀ, ਇਹਦੇ 'ਚੋਂ ਮੈਨੂੰ ਪ੍ਰਾਪਤ ਕੀ ਹੋਏਗਾ। ਅੱਜ ਇਸੇ ਕਰਕੇ ਬੰਦਾ ਪੱਥਰ ਯੁੱਗ ਵਿੱਚ ਜ਼ਿੰਦਗੀ ਜੂ ਰਿਹਾ, ਇਨਸਾਨ ਬੁੱਤ ਬਣ ਗਿਆ। ਐਵੇਂ ਥੋੜ੍ਹਾ ਗੁਰੂ ਸਾਹਿਬ ਨੂੰ ਕਹਿਣਾ ਪਿਆ ਸੀ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇਹ ਸ਼ਬਦ ਐਵੇਂ ਨਹੀਂ ਸੀ ਉਚਾਰਨ ਕੀਤੇ ਕਿ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਇਹ ਤੇ ਪੱਥਰ ਸ਼ਬਦ ਕਿਉਂ ਵਰਤਿਆ? ਕਿਉਂਕਿ ਪੱਥਰ ਨੂੰ ਤੁਸੀਂ ਜਿੰਨੇ ਮਰਜ਼ੀ ਸਾਲ ਪਾਣੀ 'ਚ ਰੱਖੋ, ਭੰਨੋਗੇ, ਅੰਦਰੋਂ ਸੁੱਕੇ ਦਾ ਸੁੱਕਾ ਨਿਕਲੂ। ਇਹ ਪੱਥਰ ਨਹੀਂ ਜਿਹੜਾ ਅੰਦਰੋਂ ਸੁੱਕੇ ਦਾ ਸੁੱਕਾ ਹੀ ਨਿਕਲਿਆ, ਜਿਹਨੂੰ ਪਤਾ ਹੀ ਕੱਖ ਨਹੀਂ। ਆਓ ਸਮਾਜ ਵਿੱਚ ਤੌਬਾ ਕਰੀਏ ਐਸੇ ਗੁਨਾਹਾਂ ਤੋਂ। ਜਾਣਾ ਸਾਰਿਆਂ ਨੇ ਆ, ਕੋਈ ਚੰਗਾ ਬੀਜ ਕੇ ਜਾਈਏ, ਕੋਈ ਚੰਗੀ ਵਿਚਾਰ ਜ਼ਿੰਦਗੀ 'ਚ ਲੈ ਕੇ ਆਈਏ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਊਣ ਦਾ ਯਤਨ ਕਰੀਏ। ਸਮਾਜ ਵਿੱਚ ਚੰਗਿਆਈ ਬੁਰਿਆਈ ਇਹ ਬਰਾਬਰ ਚੱਲਦੀ ਹੈ। ਜੇ ਜੀਵਨ ਦੇ ਵਿੱਚ ਚੰਗਿਆਈ ਹੋਵੇ ਤਾਂ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਹੈ, ਬੁਰਿਆਈ ਹੋਵੇ ਜ਼ਿੰਦਗੀ ਨਰਕ ਬਣ ਜਾਂਦੀ ਹੈ। ਚੰਗਿਆਈਆਂ ਬੁਰਿਆਈਆਂ ਵਾਚੈ, ਕੌਣ ਵਾਚਦਾ ਹੈ? ਤੁਹਾਡੇ ਅੰਦਰ ਬੈਠਾ ਹੋਇਆ ਧਰਮਰਾਜ। ਨਾਨਕ ਜੀਉ ਪਾਏ ਕੈ ਲਿਖ ਨਾਮੈ ਧਰਮ ਬਹਾਲਿਆ। ਹਰ ਬੰਦੇ ਦੇ ਅੰਦਰ ਧਰਮਰਾਜ ਬੈਠਾ ਹੋਇਆ ਹੈ। ਹਰ ਬੰਦੇ ਦੇ ਅੰਦਰ ਇੱਕ ਧਰਮਰਾਜ ਬੈਠਾ ਹੋਇਆ ਹੈ, ਜਿਹੜਾ ਤੁਹਾਡੇ ਅੰਦਰ ਦੇ ਕਰਮਾਂ ਨੂੰ ਰੋਜ਼ ਪਰਖਦਾ ਹੈ। ਨਾਨਕ ਜੀਉ ਪਾਏ ਕੈ ਲਿਖ ਨਾਮੈ ਧਰਮ ਬਹਾਲਿਆ। ਉੱਥੇ ਸੱਚਾ ਹੀ ਸੱਚ ਨਿਬੜੈ। ਹੁਣ ਬੰਦੇ ਦੇ ਅੰਦਰ ਸੱਚ ਹੋਵੇ ਨਾ, ਉਹਦੀਆਂ ਅੱਖਾਂ 'ਚ ਵੀ ਸੱਚ ਹੁੰਦਾ, ਉਹਦੀ ਤੋਰ 'ਚ ਵੀ ਸੱਚ ਹੁੰਦਾ, ਉਹਦੀ ਗੱਲ ਕਰਨ ਵਿੱਚ ਵੀ ਸੱਚ ਹੁੰਦਾ। ਜੇ ਉਹਦੇ ਅੰਦਰ ਐਵੇਂ ਥੋੜ੍ਹਾ ਆਖਿਆ ਸੀ ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਜਿਨ੍ਹਾਂ ਕੰਮਾਂ 'ਚ ਫਾਇਦਾ ਨਹੀਂ ਤੇ ਕੰਬੜੇ ਵਿਸਾਰ, ਉਹ ਕੰਮ ਛੱਡ ਦੇ। ਭਗਤ ਫਰੀਦ ਜੀ ਕਿਉਂ ਕਹਿੰਦੇ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਨਹੀਂ ਤੇ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਊ ਸਾਈਂ ਦੇ ਦਰਬਾਰ। ਹੁਣ ਸਾਈਂ ਦਾ ਦਰਬਾਰ ਕਿੱਥੇ ਆ? ਸਬੈ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰਾਮ ਕਿੱਥੇ? ਤੇਰੇ ਅੰਦਰ ਬੈਠਾ। ਯਾਨੀ ਕਿ ਸਾਈਂ ਦਾ ਦਰਬਾਰ ਤੇਰੇ ਅੰਦਰ ਹੈ। ਤੇ ਬੰਦਾ ਜਦੋਂ ਗਲਤ ਕੰਮ ਕਰਦਾ ਸਭ ਤੋਂ ਪਹਿਲਾਂ ਆਪਣੀਆਂ ਨਜ਼ਰਾਂ 'ਚ ਹੀ ਡਿੱਗਦਾ ਜੀ। ਸਭ ਤੋਂ ਪਹਿਲਾਂ ਆਪਣੀਆਂ ਨਜ਼ਰਾਂ ਨਾਲ ਨਜ਼ਰਾਂ ਨਹੀਂ ਮਿਲਾ ਪਾਉਂਦਾ ਉਹ, ਤੇ ਪਰੇਸ਼ਾਨ ਹੁੰਦਾ ਫਿਰ ਅੰਦਰੋਂ ਘਿਰਦਾ, ਫਿਰ ਅੰਦਰੋਂ ਦੁਖੀ ਹੁੰਦਾ। ਇਸ ਨੂੰ ਆਖਿਆ ਸੀ ਮਾਇਆ ਜਾਲ ਪਸਾਰਿਆ, ਭੀਤਰ ਝੋਗ ਬਣਾਏ। ਮਾਇਆ ਨੇ ਜਾਲ ਖਿਲਾਰਿਆ ਹੋਇਆ ਵਾ, ਉਹ 'ਚ ਚੋਗੇ ਪਏ ਹੋਏ ਆ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਵਕਾਰਾਂ ਦੇ। ਇਹ ਪੰਛੀ ਚੁਗਦਾ ਚੋਗੇ ਆਪੇ ਜਾਲ 'ਚ ਫਸ ਜਾਂਦਾ। ਹੁਣ ਜੇ ਤਾਏ ਨੇ ਜਿਸ ਜਾਇਦਾਦ ਬਦਲੇ ਕੰਮ ਕੀਤਾ ਹੋਊਗਾ ਉਹ ਮਿਲਣੀ ਉਹਨੂੰ। ਹੁਣ ਕਾਨੂੰਨ ਇੱਦਾਂ ਦੇ ਬਣਨੇ ਚਾਹੀਦੇ ਆ। ਮੈਂ ਤਾਂ ਦਾਜ ਦੇ ਲੋਭੀਆਂ ਬਾਰੇ ਵੀ ਕਹਿਣਾ ਹੁੰਦਾ, ਇੱਦਾਂ ਦੀ ਕਿਸੇ ਦਾਜ ਦੇ ਲੋਭੀ ਟੱਬਰ ਨੂੰ ਇੱਕ ਵਾਰ ਸਜ਼ਾ ਮਿਲ ਜਾਏ ਨਾ, ਦੁਬਾਰਾ ਕਿਸੇ ਧੀ ਪੁੱਤ ਕਿਸੇ ਪਰਿਵਾਰ 'ਤੇ ਇੱਦਾਂ ਦਾ ਕੰਮ ਕਰ ਲੱਗਿਆ 100 ਵਾਰ ਕੋਈ ਸੋਚੇ। ਆ ਪਤਾ ਲੱਗਾ ਵੀ ਹਰਿਆਣਾ ਪੰਜਾਬ ਹਾਈ ਕੋਰਟ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ, ਜਿਹੜੇ ਵਿਦੇਸ਼ਾਂ 'ਚ ਵਿਆਹ ਕਰਾ ਕੇ ਚਲੇ ਗਏ
ਤੇ ਲੜਕੀਆਂ ਇੱਥੇ ਰਹਿ ਗਈਆਂ, ਉਹਨਾਂ ਦੀਆਂ ਪਤਨੀਆਂ ਇੱਥੇ ਰਹਿ ਗਈਆਂ। ਕਾਸ਼ ਕਿਤੇ ਸੱਚੀ ਇਹ ਗੱਲ ਖਬਰ ਸੱਚੀ ਹੋਵੇ। ਅਜੇ ਤੇ ਪੜ੍ਹਨ ਨੂੰ ਹੀ ਆਪਾਂ ਇਹ ਵੇਖੀ ਹੈ ਵੀ ਕੰਨਾਂ 'ਚ ਖਬਰ ਪਈ ਹੈ ਕਿ ਹਰਿਆਣਾ ਪੰਜਾਬ ਹਾਈ ਕੋਰਟ ਨੇ ਇਹ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਜਿਹੜੇ ਵਿਆਹ ਕਰਾ ਕੇ ਬਾਹਰਲੀਆਂ ਕੰਟਰੀਆਂ ਚਲੇ ਗਏ ਪਰ ਇੱਥੋਂ ਆਪਣੀ ਪਤਨੀ ਨੂੰ ਮੁੜ ਕੇ ਬੁਲਾਇਆ ਨਹੀਂ, ਸੱਦਿਆ ਨਹੀਂ, ਮਤਲਬ ਉਹਦੇ ਨਾਲ ਲਿੰਕ ਰੱਖਿਆ ਹੀ ਨਹੀਂ, ਅਤੇ ਜਿਹੜੀ ਜਾਇਦਾਦ ਉਹ ਲੜਕੇ ਦੀ ਜਿੱਥੇ ਉਹਦਾ ਮਾਂ ਬਾਪ ਰਹਿ ਰਿਹਾ ਉਹ ਲੜਕੀ ਨੂੰ ਮਿਲੇਗੀ ਜਿਹਦੇ ਨਾਲ ਉਹਨੇ ਵਿਆਹ ਕਰਾਇਆ। ਭਾਵੇਂ ਉਹ ਲੜਕੇ ਦੇ ਨਾਂ ਜਾਇਦਾਦ ਹੈਗੀ ਹੈ, ਭਾਵੇਂ ਨਹੀਂ ਹੈਗੀ। ਕਾਨੂੰਨ ਸਭ ਕੁਝ ਕਰ ਸਕਦਾ। ਇੱਕ ਵਾਰ ਇੱਕ ਅੱਧੇ ਪਰਿਵਾਰ ਨੂੰ ਨੱਥ ਪੈ ਗਈ ਅਤੇ ਜਿਹੜੇ ਲੋਕ ਧੋਖੇ ਦੇ ਦੇ ਕੇ ਇੱਦਾਂ ਵਿਦੇਸ਼ਾਂ ਵਿੱਚ ਪੱਕੇ ਹੁੰਦੇ ਨੇ, ਐਨ ਸੂਈ ਦੇ ਨੱਕੇ ਵਿੱਚੋਂ ਦੀ ਲੰਘ ਜਾਣਗੇ। ਅਤੇ ਅੱਜ ਪਤਾ ਨਹੀਂ ਕਿੰਨੀਆਂ, ਮੈਂ ਇਹ ਨਹੀਂ ਕਹਿੰਦਾ ਇਕੱਲੇ ਲੜਕੇ ਪਰਿਵਾਰ ਵਾਲਿਆਂ ਨੇ ਲੜਕੀ ਪਰਿਵਾਰ ਵਾਲਿਆਂ ਨੂੰ ਧੋਖੇ ਦਿੱਤੇ, ਬਹੁਤ ਲੜਕੀ ਪਰਿਵਾਰ ਵਾਲਿਆਂ ਨੇ ਵੀ ਲੜਕੇ ਪਰਿਵਾਰ ਵਾਲਿਆਂ ਨੂੰ ਧੋਖੇ ਦਿੱਤੇ ਨੇ। ਘੱਟ ਦੋਵੇਂ ਨਹੀਂ ਹੈਗੇ, ਦੋਵੇਂ ਤਰ੍ਹਾਂ ਦੇ ਸਾਡੇ ਸਮਾਜ ਵਿੱਚ ਲੋਕ ਹੈਗੇ। ਬਹੁਤ ਲੜਕੀਆਂ ਵੀ ਇੱਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਮਾਂ ਬਾਪ ਰਲ ਜਾਂਦੇ ਆ ਕਿ ਇੱਕ ਵਾਰੀ ਪੁੱਤ ਤੂੰ ਪੈਸੇ ਲਵਾ ਕੇ ਬਾਹਰ ਚੱਲ ਜਾ, ਮੁੜ ਕੇ ਇਹਨਾਂ ਨਾਲ ਲਿੰਕ ਰੱਖੀ ਨਾ। ਉਹਨਾਂ ਨੂੰ ਪਤਾ ਇੱਥੋਂ ਦੇ ਕਾਨੂੰਨ ਦਾ, ਉਹ ਕਹਿੰਦੇ ਅਸੀਂ ਪੈਰਾਂ 'ਤੇ ਪਾਣੀ ਪੈਣ ਨਹੀਂ ਦੇਣਾ ਵੀ ਕਿੰਨੇ ਲੱਖ ਲੱਗਾ ਵਾ। ਸੋਚ ਕੇ ਵੇਖੋ ਇਹ ਕਿਹੜੀ ਮਿੱਟੀ ਦੇ ਲੋਕ ਬਣੇ ਨੇ। ਕਿੱਦਾਂ ਗੁਰਦੁਆਰੇ ਵੀ ਆ ਜਾਂਦੇ ਹੋਣਗੇ, ਮੰਦਿਰ ਵੀ ਜਾਂਦੇ ਹੋਣਗੇ, ਚਰਚ ਵੀ ਜਾਂਦੇ ਹੋਣਗੇ, ਮਸਜਿਦ ਵੀ ਜਾਂਦੇ। ਇਹ ਇੱਕ ਮੱਤ ਨਾਲ ਥੋੜ੍ਹਾ ਸੰਬੰਧਿਤ ਹੈਗੇ, ਹਰ ਕੌਮ ਵਿੱਚ, ਹਰ ਮੱਤ ਵਿੱਚ ਸੰਬੰਧਿਤ ਇੱਦਾਂ ਦੇ ਲੋਕ ਹੈਗੇ, ਲਾਲਚੀ ਕਿਸਮ ਦੇ ਲੋਕ, ਰਿਸ਼ਤਿਆਂ ਦਾ ਘਾਣ ਕਰਦੇ ਆ ਜਿਹੜੇ ਸਮਾਜ ਦੇ ਵਿੱਚ। ਤੇ ਸੋਚ, ਮਾਫ਼ ਕਰਨਾ, ਐਸੇ ਬੰਦਿਆਂ ਦਾ ਨਾ ਜੀਵਨ ਕੋ ਵਧੀਆ ਨਹੀਂ ਹੁੰਦਾ ਨਾ। ਜਿਹੜੇ ਬੰਦੇ ਧੋਖਾ ਧੜੀ, ਬੇਈਮਾਨੀ, ਲੁੱਟ ਕਸੁੱਟ, ਇਹ ਪਦਾਰਥਵਾਦੀ ਯੁੱਗ ਵਿੱਚ ਜੋ ਕੁਝ ਅਸੀਂ ਵੇਖ ਰਹੇ ਹਾਂ ਅੱਜ, ਇੱਕ ਦੂਜੇ ਨੂੰ ਬੰਦਾ ਵਰਤਣ ਦੀ ਕੋਸ਼ਿਸ਼ ਕਰ ਰਿਹਾ। ਪਦਾਰਥ ਸਭ ਕੁਝ ਨਹੀਂ ਹੁੰਦੇ। ਪੈਸਾ ਠੀਕ ਹੈ, ਪੈਸਾ ਬਹੁਤ ਕੁਝ ਹੈ, ਪਰ ਪੈਸਾ ਸਭ ਕੁਝ ਥੋੜ੍ਹਾ ਹੈ। ਸਭ ਕੁਝ ਪੈਸਾ ਹੈਗਾ ਹੈ ਜੀ, ਕਿਉਂ ਸਾਧ ਸੰਗਤ ਜੀ? ਪੈਸਾ ਬਹੁਤ ਕੁਝ ਹੈ ਪਰ ਪੈਸਾ ਸਭ ਕੁਝ ਨਹੀਂ ਹੈ। ਪਰ ਸਾਡੇ ਸਮਾਜ ਨੇ ਕੀ ਬਣਾ ਲਿਆ? ਪੈਸਾ। ਵੀ ਜਾਇਦਾਦ ਬੰਦੇ ਦੇ ਕੋਲ ਹੋਣੀ, ਜਾਇਦਾਦ ਹੋਣੀ ਚਾਹੀਦੀ। ਇੱਥੇ ਜਾਇਦਾਦ ਹੋਣ ਤੋਂ ਬਾਅਦ ਵੀ ਕਈ ਵਾਰੀ ਜਾਇਦਾਦ ਵੀ ਤੁਹਾਡੀ ਮੌਤ ਦਾ ਕਾਰਨ ਬਣ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਜੈਸੇ ਮਧ ਮਾਖੀ ਸੀਂਚ ਸੀਂਚ ਕੇ ਕਥਰ ਕਰੇ, ਹਰੇ ਮਧੂ ਆਏ ਤਾਂ ਕਿ ਮੁੱਖ ਸ਼ਾਰ ਡਾਰ ਕੇ। ਮਧੂ ਮੱਖੀ ਕਦੀ ਤੋਰੀਏ ਦੇ ਫੁੱਲ 'ਤੇ ਬਹਿੰਦੀ ਆ, ਕਦੀ ਗੇਂਦੇ ਦੇ ਫੁੱਲ 'ਤੇ ਬਹਿੰਦੀ ਆ, ਕਦੀ ਗੁਲਾਬ ਦੇ ਫੁੱਲ 'ਤੇ ਬਹਿੰਦੀ ਆ। ਐਂ ਭੱਜ ਨੱਸ ਕਰਕੇ ਨਾ ਉਹ ਸ਼ਹਿਦ ਇਕੱਠਾ ਕਰਦੀ ਇੱਕ ਛੱਜੇ 'ਚ। ਇੱਦਾਂ ਕਾਹਦੇ ਲਈ ਕਰਦੀ ਭਲਾ ਸ਼ਹਿਦ ਇਕੱਠਾ? ਆਪਣੇ ਲਈ, ਆਪਣੇ ਬੱਚਿਆਂ ਲਈ। ਪਰ ਦੱਸੋ ਮਧੂ ਮੱਖੀ ਨੂੰ ਉਹ ਸ਼ਹਿਦ ਮਿਲਣਾ? ਆ ਜਿਹੜੇ ਮੱਖੀਆਂ ਪਾਲਦੇ ਆ, ਜਿਨ੍ਹਾਂ ਦਾ ਕੰਮ ਹੀ ਬਿਜ਼ਨਸ ਇਹ ਆ, ਉਹ ਦਿਹਾੜੀ 'ਚ 3 ਵਾਰ ਵੇਖਣ ਆਉਂਦੇ ਆ ਵੀ ਸ਼ਹਿਦ ਕਿੰਨਾ ਇਕੱਠਾ ਹੋਇਆ। ਜਿੰਨਾ ਸ਼ਹਿਦ ਇਕੱਠਾ ਹੁੰਦਾ ਜਾਂਦਾ ਓਨਾ ਹੀ ਉਹ ਚੱਕਰ ਵੱਧ ਮਾਰਨੇ ਸ਼ੁਰੂ ਕਰਦੇ। ਜਦੋਂ ਐਨ ਛੱਜਾ ਉਹ ਸ਼ਹਿਦ ਨਾਲ ਭਰ ਜਾਂਦਾ, ਫਿਰ ਥੱਲੇ ਅੱਗ ਬਾਲਦੇ ਆ, ਸ਼ਹਿਦ ਚੋ ਕੇ ਅਤੇ ਉੱਤੇ ਡਾਬਰ ਹਨੀ ਲਿਖ ਕੇ ਅਤੇ ਸੀਸੀਆਂ 'ਚ ਪੈਕ ਹੋ ਕੇ ਦੁਕਾਨਾਂ 'ਤੇ ਪਹੁੰਚ ਜਾਂਦਾ। ਜਿਹੜੀ ਮੱਖੀ ਨੇ ਮਿਹਨਤ ਕੀਤੀ ਸੀ ਉਹਨੂੰ ਵਿਚਾਰੇ ਨੂੰ ਕੀ ਮਿਲਿਆ? ਸੇਕ ਮਿਲਿਆ, ਸਵਾਹ ਮਿਲੀ। ਅੱਗ ਬਾਲੀ ਨਾ ਥੱਲੇ ਵੀ ਉਡਾ ਦਿਓ ਇਹਨਾਂ ਨੂੰ। ਹੁਣ ਜੈਸੇ ਮਧ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ, ਹਰੇ ਮਧੂ ਆਏ ਤਾਂ ਕਿ ਮੁੱਖ ਸ਼ਾਰ ਡਾਰ ਕੇ। ਜੈਸੇ ਬਸ਼ ਹੇਤ ਗਊ ਸੰਚਿਤ ਹੈ ਖੀਰ ਤਾਹੇ, ਲੇਤ ਅਹੀਰ ਦੋਏ ਬਸ਼ਰਾ ਬਿਡਾਰ ਕੇ। ਆ ਜਿਹੜੇ ਸੱਪ ਵਾ, ਆਪਾਂ ਵੇਖਦੇ ਖੁੱਡਾਂ 'ਚ ਸੱਪ ਵੜਿਆ, ਸੱਪ ਕੋਈ ਖੁੱਡ ਤਿਆਰ ਨਹੀਂ ਕਰਦਾ, ਕਿਉਂਕਿ ਸੱਪ ਕੋਲ ਐਸੇ ਅਰਜਾਰੀ ਸੱਪ ਨਾਲੋਂ ਵੱਧ ਜ਼ਹਿਰ ਹੈ ਬੰਦੇ 'ਚ। ਸੱਪ ਦਾ ਡੰਗਿਆ ਤੇ ਬੰਦਾ ਬਚਾ ਲੂ, ਜਿਹਨੂੰ ਹੁਣ ਬੰਦਾ ਡੰਗ ਮਾਰੂ ਉਹਨੂੰ ਬਚਾਊ ਕਿਹੜਾ? ਸੱਪ ਤੇ ਉਹਨੂੰ ਡੰਗ ਮਾਰਦਾ ਜਿਹੜਾ ਉਹਦਾ ਨੁਕਸਾਨ ਕਰਦਾ। ਤਾਏ ਨੇ ਤੇ ਉਸ ਬੱਚੇ ਨੂੰ ਡੰਗ ਮਾਰਤਾ ਜਿਹਨੇ ਉਹਨੂੰ ਕਦੀ ਕਿਹਾ ਹੀ ਕੁਝ ਨਹੀਂ। ਪਤਾ ਨਹੀਂ ਉਹ ਪਾਪਾ ਪਾਪਾ ਕਹਿੰਦਾ, ਉਹਦੀ ਜ਼ੁਬਾਨ ਨਹੀਂ ਥੱਕਦੀ ਹੋਣੀ ਬੱਚੇ ਦੀ, ਪਰ ਡੰਗ ਇਹਨਾਂ ਕਸੂਤਾ ਮਾਰ ਗਿਆ। ਉਹ ਤਾਇਆਂ ਦੇ ਉੱਤੇ ਕੁਐਸਚਨ ਮਾਰਕ ਲਾ ਗਿਆ, ਗੁਨਾਹਗਾਰ ਮਨੁੱਖ। ਸਾਰੇ ਕਹਿੰਦੇ ਸ਼ਾਇਦ ਸੋਚਣਾ ਵੀ ਸਾਰੇ ਤਾਏ ਚਾਚੇ ਇੱਦਾਂ ਦੇ ਹੁੰਦੇ ਨੇ, ਪਰ ਨਹੀਂ। ਆਓ ਇਹ ਕਲੰਕ ਨੂੰ ਧੋਈਏ ਆਪਣੇ ਮੱਥੇ ਤੋਂ। ਦੱਸਦੀ ਹੈ ਆਪਣੇ ਭਰਾ ਬੱਚਿਆਂ ਨਾਲ, ਆਪਣੇ ਬੱਚਿਆਂ ਨੂੰ ਵੱਧ ਪਿਆਰ ਆਪਣੇ ਭਰਾਵਾਂ ਦੇ ਭੈਣਾਂ ਦੇ ਬੱਚਿਆਂ ਨਾਲ ਕਰੋ। ਸਮਾਜ ਵਿੱਚ ਪਿਰਤ ਪਾ ਦਈਏ। ਮੈਂ ਨਹੀਂ ਆਂਦਾ ਆਪਣਿਆਂ ਨਾਲ ਨਾ ਕਰੋ, ਪਰ ਸਰੀਕਾ ਕਹਿੰਦੇ ਜੀ, ਸਰੀਕਾ ਭਾਈਚਾਰਾ ਇਹ ਲਫ਼ਜ਼ ਕਿੱਥੋਂ ਆ ਗਿਆ ਸਾਡੇ 'ਚ? ਫਿਰ ਅਸੀਂ ਕਹਿੰਦੇ ਜੀ ਔਰੰਗਜ਼ੇਬ ਮਾੜਾ ਸੀ। ਇਹੋ ਕੰਮ ਔਰੰਗਜ਼ੇਬ ਕਰਦਾ ਸੀ, ਤਖਤ ਪ੍ਰਾਪਤ ਕਰ ਲਈ, ਆਪਣੇ ਪਿਤਾ ਨੂੰ ਜੇਲ੍ਹ 'ਚ ਬੰਦ ਕਰ ਛੱਡਿਆ, ਆਪਣੇ ਭਰਾਵਾਂ 'ਤੇ ਅਤਿਆਚਾਰ ਕੀਤਾ। ਜੇ ਇਹੋ ਗੁਨਾਹ ਅਸੀਂ ਕਰਨਾ, ਫਿਰ ਔਰੰਗਜ਼ੇਬ ਨਾਲੋਂ ਆਪਣੇ ਆਪ ਨੂੰ ਵੱਖ ਕਰਕੇ ਤਾਂ ਨਾ ਵੇਖੀਏ।
ਫਿਰ ਆਪਣੇ ਆਪ ਨੂੰ ਜੇ ਤੁਹਾਨੂੰ ਕੋਈ ਔਰੰਗਜ਼ੇਬ ਕਹਿ ਦੇਵੇ ਫਿਰ ਗੁੱਸਾ ਕਾਹਦਾ? ਉਹਨੇ ਆਪਣੇ ਪਿਤਾ ਨੂੰ ਜੇਲ੍ਹ 'ਚ ਬੰਦ ਕਰ ਛੱਡਿਆ, ਭਰਾਵਾਂ 'ਤੇ ਅਤਿਆਚਾਰ ਕੀਤਾ। ਤੇ ਜੇ ਅਸੀਂ ਆਪਣੇ ਭੈਣਾਂ ਭਰਾਵਾਂ 'ਤੇ ਅਤਿਆਚਾਰ ਕਰਨਾ ਤੇ ਮੈਂ ਦੁਨੀਆ ਤੋਂ ਉਮੀਦ ਲਾਵਾਂ ਲੋਕ ਮੈਨੂੰ ਪਰਉਪਕਾਰੀ ਤੇ ਦਾਨੀ ਕਹਿਣ, ਇਹ ਕਦੀ ਨਹੀਂ ਹੋਣਾ ਪਿਆਰਿਆ। ਫਿਰ ਤੇ ਲੋਕ ਤੈਨੂੰ ਔਰੰਗਜ਼ੇਬ ਦੀ ਔਲਾਦ ਹੀ ਕਹੇਗੀ, ਕਹੇਗੀ ਤੇਰੇ ਅੰਦਰ ਵੀ ਉਹ ਰੂਹ ਆ, ਉਹ ਗੁਨਾਹ ਤੂੰ ਕੀਤਾ। ਜੈਸੇ ਬਸ਼ ਹੇਤ ਗਊ ਸੰਚਿਤ ਹੈ ਖੀਰ ਤਾਹੇ, ਗਾਂ ਦਾ ਚਬਾੜਾ ਦੁਖਣ ਲੱਗ ਪੈਂਦਾ ਪੱਠੇ ਖਾਂਦੀ ਦਾ। ਉਹ ਆਪਣੇ ਥਣਾਂ 'ਚ ਦੁੱਧ ਪੈਦਾ ਕਰਦੀ ਹੈ 5 7 10 ਲੀਟਰ। ਕਾਹਦੇ ਲਈ ਭਲਾ ਕਰਦੀ ਹੈ ਜੀ ਗਾਂ? ਆਪਣੇ ਵੱਛੇ ਲਈ, ਆਪਣੀ ਵੱਛੀ ਲਈ। ਭਲਾ ਮਿਲਦਾ ਉਹਨੂੰ? ਬੋਲ ਕੇ ਦੱਸਿਓ। ਆਪਣੇ ਵਿੱਚੋਂ ਗਾਵਾਂ ਵਾਲੇ ਮੱਝਾਂ ਵਾਲੇ ਕਈ ਵੀਰ ਬੈਠੇ ਹੋਣੇ ਨੇ, ਜਿਹੜਾ ਗਾਂ ਨੇ ਆਪਣੇ ਥਣਾਂ 'ਚ 5 7 10 ਲੀਟਰ ਦੁੱਧ ਇਕੱਠਾ ਕੀਤਾ, ਉਹ 'ਚੋਂ ਵੱਛੇ ਵੱਛੀ ਨੂੰ ਕਿੰਨਾ ਕੁ ਮਿਲਦਾ ਭਲਾ? ਬੋਲੋ ਜੀ। ਜੇ ਤੇ ਵੱਛੀ ਹੋਵੇ ਤੇ ਉਹਨੂੰ ਛੱਡ ਦਿੱਤਾ ਵੀ ਗਾਂ ਬਣਨੀ ਹੈ, ਤੇ ਜੇ ਵੱਛਾ ਹੋਵੇ ਤੇ ਫਿਰ ਉਹਨੂੰ ਮਾੜਾ ਜਿਹਾ ਥਣ, ਜਾਂ ਪਹਿਲੀ ਗੱਲ ਤੇ ਥਣ ਛੱਡਣ ਦੀ ਲੋੜ ਹੀ ਨਹੀਂ ਉਹਨੂੰ। ਤੇ ਥੋੜ੍ਹੇ ਕੁ ਦਿਨਾਂ ਬਾਅਦ ਹੀ ਵੱਛਾ ਹੋਵੇ ਜਾਂ ਕੱਟਾ ਹੋਵੇ ਉਹ ਤੇ ਚੜ੍ਹਾਈ ਕਰ ਜਾਂਦਾ। ਹਾਂਜੀ, ਵੱਛਾ ਕੱਟਾ ਥੋੜ੍ਹੇ ਦਿਨਾਂ ਬਾਅਦ, ਬੋਲੋ ਜੀ, ਚੜ੍ਹਾਈ ਕਰ ਜਾਂਦਾ। ਤੇ ਫਿਰ ਇਹੋ ਜਿਹਾ ਟੱਬਰ ਆਣ ਕੇ ਨਾ ਗੁਰਦੁਆਰੇ ਗ੍ਰੰਥੀ ਭਾਈ ਨੂੰ ਪੁੱਛਣਗੇ, ਭਾਈ ਸਾਹਿਬ ਜੀ ਮੀਟ ਖਾਣਾ ਚਾਹੀਦਾ, ਵੀ ਤੁਸੀਂ 1.5 ਕੁਇੰਟਲ ਦਾ ਕੱਟਾ ਖਾ ਕੇ ਹੁਣ ਮੀਟ ਪਿੱਛੇ ਰਹਿ ਗਿਆ, ਵੀ ਤੁਸੀਂ ਕੱਟੇ ਦੇ ਹਿੱਸੇ ਦਾ ਦੁੱਧ ਤੇ ਸਾਰਾ ਟੱਬਰ ਪੀ ਗਏ ਜੇ। ਕਿਹੜੇ ਗ੍ਰੰਥ ਵਿੱਚ ਲਿਖਿਆ ਵੀ ਕੱਟੇ ਦਾ ਦੁੱਧ ਤੁਹਾਡੇ ਲਈ ਬਣਿਆ? ਬੋਲੋ ਜੀ, ਮੈਨੂੰ ਦੱਸ ਦਿਓ। ਗੱਡੀ 'ਚ ਬਹਿਣ ਤੋਂ ਪਹਿਲਾਂ ਅੰਕ ਦੱਸ ਦਿਓ, ਹੋ ਸਕਦਾ ਮੇਰੇ ਕੋਲੋਂ ਗਲਤੀ ਹੋ ਜਾਏ ਕੋਈ। ਫਿਰ ਅਸੀਂ ਗ੍ਰੰਥੀਆਂ ਦਾ, ਪ੍ਰਚਾਰਕਾਂ ਦਾ ਆਣ ਕੇ ਸਿਰ ਖਾਂਦੇ ਹਾਂ, ਭਾਈ ਸਾਹਿਬ ਜੀ ਦੱਸਿਓ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਤੁਸੀਂ ਸਾਰਾ ਟੱਬਰ ਕੁਇੰਟਲ 1.5 ਕੁਇੰਟਲ ਦਾ ਕੱਟਾ ਖਾ ਕੇ, ਮੱਝ ਨੇ ਦਿੱਤਾ ਸੀ, ਕੱਟੀ ਤੁਹਾਡੀ ਭੱਜੀ ਫਿਰਦੀ ਆ, ਕੱਟਾ ਫੁੜ ਗਿਆ ਹਫ਼ਤੇ 'ਚ ਹੀ। ਯਾਨੀ ਕਿ ਤੁਸੀਂ ਉਹਦਾ ਹੱਕ ਖਾ ਗਏ। ਸਿੱਧਾ ਕੱਟਾ ਖਾਣ ਦਾ ਮਤਲਬ ਕੀ ਸੀ? ਉਹਨੂੰ ਵੀ ਦੁੱਧ ਪਿਆਉਂਦੇ ਤੇ ਉਹਨੇ ਵੀ ਭੱਜੇ ਫਿਰਨਾ ਸੀ ਵਿਹੜੇ 'ਚ, ਉਹਨੂੰ ਵੀ ਰੱਸੇ ਨਾਲ ਬੰਨ੍ਹਣਾ ਪੈਣਾ ਸੀ। ਕੱਟੀ ਨੂੰ ਸੰਗਲੀ ਪਾਤੀ ਆ, ਰੱਸੀ ਪਾਤੀ ਆ ਹਫ਼ਤੇ ਬਾਅਦ ਹੀ, ਤੇ ਕੱਟੇ ਦੇ ਗਾਲ 'ਚ ਰੱਸੀ ਪਾਉਣ ਦੀ ਲੋੜ ਹੀ ਨਹੀਂ ਪਈ। ਕਿਉਂ? ਕਿਉਂਕਿ ਉਹ ਤੇ ਜਾਨ ਹੀ ਹੈ ਨਹੀਂ, ਉਹਨੇ ਉੱਠਣਾ ਕਿੱਥੋਂ ਵਿਚਾਰੇ ਨੇ? ਉਹ ਤੇ ਉੱਥੇ ਲਾਲਾਂ ਸੁੱਟੀ ਜਾਂਦਾ ਬੈਠਾ ਹੀ ਵਿਚਾਰਾ ਉੱਦਾਂ ਹੀ। ਜੈਸੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਬਸ਼ ਹੇਤ ਵੱਛੇ ਹੇਤ ਗਊ। ਹੁਣ ਲਿਖਿਆ ਵੱਛੇ ਵਾਸਤੇ ਗਾਂ ਨੇ ਦੁੱਧ ਇਕੱਠਾ ਕੀਤਾ, ਪਰ ਵਿਚਾਰੀ ਗਾਂ ਨੂੰ ਥੋੜ੍ਹਾ ਪਤਾ ਸੀ ਵੀ ਇੰਨੀ ਮੈਂ ਮਿਹਨਤ ਕੀਤੀ ਆ, ਪਹਾੜੀਆਂ 'ਤੇ ਚੁਗਦੀ ਫਿਰਦੀਆਂ, ਖੁਰਲੀ 'ਚ ਮੂੰਹ ਮਾਰਦੀ ਫਿਰਦੀਆਂ, ਛੱਪੜਾਂ ਦਾ ਪਾਣੀ ਪੀਂਦੀ ਫਿਰਦੀਆਂ, ਦੁੱਧ ਮੈਂ ਆਪਣੀ ਵੱਛੀ ਲਈ ਇਕੱਠਾ ਕੀਤਾ। ਮਾੜਾ ਜਿਹਾ ਮੂੰਹ ਲਵਾਇਆ, ਉਹ ਵੇਖੋ ਬਾਲਟੀ 'ਚ ਚੋ ਕੇ ਤੇ ਅਗਲੇ ਆਹ ਹੋ ਗਿਆ ਤੇ ਆਹ ਹੋ ਗਿਆ ਤੇ ਆਹ ਹੋ ਗਿਆ। ਉੱਤੇ ਲਿਖਤਾ ਜੀ ਇਹ ਵੇਰਕਾ ਮਿਲਕ ਪਲਾਂਟ, ਇਹ ਅਮੁੱਲ ਦਾ ਦੁੱਧ ਹੈ ਜੀ, ਇਹ ਅਮੁੱਲ ਵਾਲਿਆਂ ਘਰੋਂ ਪੈਦਾ ਕੀਤਾ। ਗਾਂ ਵਿਚਾਰੀ ਆਂਦੀ, ਗਾਵਾਂ ਬੋਲਦੀਆਂ ਹੁਣ ਕੇਸ ਕਰ ਦੇਣ ਇਹਨਾਂ 'ਤੇ, ਉਹੀ ਉਹ ਤੇ ਮੁਕੱਦਮਾ ਕਰ ਦੇਣ ਵੀ ਤੁਸੀਂ ਘਰ ਪੈਦਾ ਕੀਤਾ, ਦੁੱਧ ਸਾਡਾ ਸੀ, ਅਸੀਂ ਆਪਣੇ ਬੱਚਿਆਂ ਲਈ ਪੈਦਾ ਕੀਤਾ, ਤੁਸੀਂ ਆਪਣੇ ਉੱਤੇ ਮਾਰ ਕੇ ਲਾ ਕੇ ਤੇ ਘਰਾਂ 'ਚ ਵੇਚਦੇ ਫਿਰਦੇ ਹੋ। ਮੈਂ ਤਾਂ ਸਿਰਫ ਗੱਲ ਤੁਹਾਡੀ ਨੌਲੇਜ ਵਾਸਤੇ ਦੱਸ ਰਿਹਾ ਕਿ ਭਾਈ ਗੁਰਮਤਿ ਇਹ ਕਹਿੰਦੀ ਹੈ ਵੀ ਗਾਂ ਨੇ ਦੁੱਧ ਕੀਤਾ ਆਪਣੇ ਬੱਚੇ ਲਈ ਪੈਦਾ, ਮੱਖੀ ਨੇ ਸ਼ਹਿਦ ਇਕੱਠਾ ਕੀਤਾ ਆਪਣੇ ਬੱਚੇ ਲਈ, ਚੂਹੇ ਨੇ ਮਿਹਨਤ ਕੀਤੀ ਆਪਣੇ ਰਹਿਣ ਲਈ, ਉਹ 'ਚ ਸੱਪ ਨੇ ਮਰ ਲਿਆ। ਤੇ ਅਖੀਰ 'ਚ ਸਾਨੂੰ ਸਿੱਖਿਆ ਕੀ ਦਿੰਦੇ ਆ? ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ। ਇੱਦਾਂ ਹੀ ਕਰੋੜਾਂ ਗੁਨਾਹ ਕਰ ਕਰਕੇ ਮਾਇਆ ਇਕੱਠੀ ਕਰਦਾ ਬੰਦਾ। ਕਾਹਦੇ ਲਈ? ਮੈਂ ਵਰਤਣੀ ਆ, ਮੈਂ ਵਰਤਣੀ ਆ। ਪਰ ਉਹਨੂੰ ਇਹ ਨਹੀਂ ਪਤਾ ਇਹੋ ਮੌਤ ਹੀ ਤੇਰੀ ਨਾ ਇੱਥੇ ਗੋਲੀ ਮਾਰਨੀ ਅਗਲੇ, ਇੱਥੇ ਇੱਥੇ। ਦੱਸੋ ਕਿੰਨਿਆਂ ਨਾਲ ਇਹ ਗੁਨਾਹ, ਕਿੰਨਿਆਂ ਨਾਲ ਇਹ ਕੰਮ ਵਾਪਰੇ? ਉਹਨਾਂ ਦੀ ਜਾਇਦਾਦ ਹੀ ਉਹਨਾਂ ਦੀ ਮੌਤ ਦਾ ਕਾਰਨ ਬਣ ਗਿਆ। ਜਾਇਦਾਦ ਹੀ ਨਾ ਮਧੂਮੱਖੀ ਸ਼ਹਿਦ ਇਕੱਠਾ ਕਰਦੀ, ਨਾ ਉਹਨੂੰ ਸੇਕ 'ਚ ਲੰਘਣਾ ਪੈਂਦਾ, ਨਾ ਚੂਹਾ ਖੁੱਡ ਬਣਾਉਂਦਾ ਤੇ ਨਾ ਚੂਹੇ ਨੂੰ ਸੱਪ ਖਾਂਦਾ। ਅਗਲਾ ਕਹਿੰਦਾ ਠੀਕ ਹੈ ਤੁਰਿਆ ਫਿਰਦਾ ਇੱਦਾਂ ਹੀ। ਮੈਂ ਇਹ ਨਹੀਂ ਆਂਦਾ ਪੈਸੇ ਨਾ ਕਮਾਓ, ਪਰ ਕਿਸੇ ਦਾ ਨੁਕਸਾਨ ਕਰਕੇ ਨਾ ਕਮਾਓ। ਧਰਮ ਦੀ ਚੰਗਾ ਬੀਜ ਕੇ ਕਮਾਓ, ਕਿਸੇ ਦਾ ਗੁਨਾਹ ਨਾ ਕਰੋ। ਸ਼ਾਮਾਂ ਨੂੰ ਜਦੋਂ ਕਮਾਈ ਘਰ ਲੈ ਕੇ ਜਾਣੀ, ਇਹ ਵੇਖਣਾ ਇਹ 'ਚ ਮੈਂ ਕਿਸੇ ਦਾ ਹਿੱਸਾ ਤਾਂ ਨਹੀਂ ਲੈ ਕੇ ਜਾ ਰਿਹਾ, ਕਿਸੇ ਦਾ ਨੁਕਸਾਨ ਕਰਕੇ ਤਾਂ ਨਹੀਂ ਲੈ ਕੇ ਜਾ ਰਿਹਾ। ਕਿੱਥੇ ਔਰਤ ਆਪਣੇ ਪਤੀ, ਸਮਾਜ ਵਿੱਚ ਕਿੱਥੇ ਔਰਤ ਆਪਣੇ ਪਤੀ ਦੀ ਲੰਬੀ ਉਮਰ ਮੰਗਦੀ ਹੈ, ਤੇ ਕਿਤੇ ਉਸ ਬੰਦੇ ਦੀ ਔਰਤ ਉਹਨੂੰ ਕੀ ਕਹਿ ਰਹੀ ਸੀ? ਲਿਆਓ ਗੁਨਾਹਗਾਰ ਨੂੰ, ਮੈਂ ਸਜ਼ਾ ਦੇਵਾਂਗੀ। ਮਤਲਬ ਆਪਣੇ ਆਪ ਨੂੰ ਚਾਹੁੰਦੀ ਆ ਮੇਰੇ ਸਿਰ ਤੋਂ ਇਹੋ ਜਿਹਾ ਸਾਇਆ ਉੱਠ ਜੇ, ਮੇਰੇ ਸਿਰ ਤੋਂ ਇਹੋ ਜਿਹਾ ਸਾਇਆ ਉੱਠ ਜੇ। ਉੱਥੇ ਬੱਚੇ ਕਹਿੰਦੇ ਆ ਜੇ ਸਾਡੇ ਬਾਪ ਨੇ ਗੁਨਾਹ ਕੀਤਾ ਤੈਨੂੰ ਸਖਤ ਤੋਂ ਸਖਤ ਸਜ਼ਾ। ਤੇ ਬੰਦਾ ਹੁਣ ਇਹ ਐਗਜ਼ਾਮਪਲ ਜਿੱਥੇ ਮਰਜ਼ੀ ਸੈੱਟ ਕਰ ਲਓ, ਬੰਦਾ ਹੋਵੇ 500 ਫੈਕਟਰੀ ਦਾ ਮਾਲਕ, ਉਹਦੀ ਪਤਨੀ ਤੇ ਉਹਦੇ ਬੱਚੇ ਕਹਿਣ ਤੇਰਾ ਪਰਛਾਵਾਂ ਨਾ ਸਾਡੇ ਉੱਤੇ ਪਵੇ,
ਬੰਦਿਆ ਤੇਰੀ ਜਾਇਦਾਦ ਨੂੰ ਕੀ ਕਰਨਾ, ਤੇਰੇ ਵਰਗਾ ਤੇ ਕੰਗਾਲ ਬੰਦਾ ਹੀ ਕੋਈ ਨਹੀਂ। ਬੰਦਾ ਹੋਵੇ ਦਿਹਾੜੀਦਾਰ, ਸਵੇਰੇ ਜਾ ਕੇ ਕਮਾ ਕੇ ਘਰ ਲੈ ਆਵੇ ਤੇ ਪਤਨੀ ਬੱਚਿਆਂ ਨੂੰ ਇਹ ਐਗਜ਼ਾਮਪਲ ਦੇ ਦੇ ਕੇ ਕਵੇ ਆਪਣੇ ਬਾਪ ਵੱਲ ਵੇਖੋ, ਕਦੀ ਆਪਣੇ ਬਾਪ ਦਾ ਜੂਠਾ ਪਾਣੀ ਪੀਆ ਕਰੋ, ਬਾਪ ਨਾਲ ਰੋਟੀ ਖਾਇਆ ਕਰੋ, ਉਹਦੀਆਂ ਪਾਟੀਆਂ ਅੱਡੀਆਂ ਵੇਖੋ, ਉਹਦੇ ਕੱਪੜੇ ਵੇਖੋ, ਉਹਦਾ ਪਸੀਨਾ ਵੇਖੋ, ਉਹਨੇ ਕਿੱਦਾਂ ਪਾਲਿਆ ਤੁਹਾਨੂੰ। ਬੰਦਾ ਭਾਵੇਂ ਦਿਹਾੜੀਦਾਰ ਹੀ ਹੋਵੇ ਪਰ ਬੰਦਾ ਕਿਰਦਾਰ ਪੱਖੋਂ ਦੁਨੀਆ ਦਾ 1 ਨੰਬਰ ਦਾ ਅਮੀਰ ਇਨਸਾਨ ਹੈ। ਅਮੀਰੀ ਜਾਇਦਾਦ ਦੀ ਨਹੀਂ ਹੁੰਦੀ ਪਿਆਰਿਓ, ਅਮੀਰੀ ਕਿਰਦਾਰਾਂ ਦੀ ਹੁੰਦੀ ਹੈ, ਕਰੈਕਟਰ ਦੀ ਹੁੰਦੀ ਹੈ, ਜਿਹੜੀ ਸਮਾਜ ਵਿੱਚ ਕੋਈ ਐਗਜ਼ਾਮਪਲ ਸੈੱਟ ਕਰਦੀ ਹੈ। ਤੋ ਹਜ਼ੂਰ ਨੇ ਜਿਹੜੀ ਗੱਲ ਸਾਨੂੰ ਕਹੀ, ਬਹੁਤ ਪਿਆਰੀ ਵਿਚਾਰ ਬਖਸ਼ਿਸ਼ ਕੀਤੀ ਕਿ ਜਦੋਂ ਅਸੀਂ ਜ਼ਿੰਦਗੀ ਨੂੰ ਜਿਉਣਾ, ਇਹ ਜਨਮ ਸਾਨੂੰ ਪ੍ਰਾਪਤ ਹੋਇਆ ਸਤਿਕਾਰਯੋਗ। ਜਿਹੜੀ ਗੱਲ ਭਗਤ ਰਵਿਦਾਸ ਜੀ ਨੇ ਕਹੀ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਸਾਡੇ ਵਰਗਾ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਤੇ ਕਿਰਪਾਲੂ ਕੋਈ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ, ਪਤਿਆਰ ਕਹਿੰਦੇ ਨੇ ਇਗਜ਼ਾਮ ਲੈਣਾ, ਪਰਚਾ ਪਾਉਣਾ। ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਤੁਹਾਡਿਆਂ ਬਚਨਾਂ ਤੇ ਮੇਰਾ ਮਨ ਮੰਨ ਜਾਏ। ਹੁਣ ਪ੍ਰੋਬਲਮ ਇਹੋ ਹੀ ਆ ਨਾ, ਜੋ ਗੁਰੂ ਸਾਹਿਬ ਕਹਿੰਦੇ ਨੇ ਸਾਡਾ ਜੀਵਨ, ਸਾਡਾ ਮਨ ਉਹ ਗੱਲ ਮੰਨਣ ਨੂੰ ਤਿਆਰ ਹੈ ਨਹੀਂ। ਇੱਦਾਂ ਹੀ ਹੈ ਜੀ। ਹੁਣ ਜੋ ਅਸੀਂ ਮੰਨਣ ਨੂੰ ਤਿਆਰ ਹਾਂ, ਗੁਰੂ ਸਾਹਿਬ ਦੀ ਸਿੱਖਿਆ ਤੋਂ ਉਲਟ, ਗੁਰੂ ਸਾਹਿਬ ਦੇ ਨਾਲ ਉਹ ਸਾਡੇ ਵਿਚਾਰ ਮਿਲ ਨਹੀਂ ਰਹੇ, ਕਿਉਂਕਿ ਸਾਡੀ ਚਾਲ ਹੋਰ ਹੈ, ਗੁਰੂ ਦੀ ਚਾਲ ਹੋਰ ਹੈ। ਹਮ ਅੰਦਰਲੇ ਅੰਧ ਬਿਖੇ ਬਿਖਰਾਤੇ हैं, ਕਿਉਂ ਚੱਲ ਰਹੇ ਗੁਰ ਚਾਲੀ ਆ, ਉਧਰ ਗੁਰਸਿੱਖ ਮੀਤ ਚਲੋ ਗੁਰ ਚਾਲੀ ਹੈ। ਜੋ ਗੁਰ ਕਹੇ ਸੋਈ ਭਲ ਮਨ, ਹਰ ਹਰ ਕਥਾ ਨਿਰਾਲੀ ਹੈ। ਚਾਲ ਚਾਲ 'ਚ ਫਰਕ ਹੈ ਨਾ। ਹੁਣ ਇੱਥੇ ਫਰਕ ਪੈ ਗਿਆ। ਕਹਿੰਦੇ ਮੇਰੀ ਤੁਹਾਡੇ ਗੜੀ ਅਰਦਾਸ ਹੈ। ਕਿਹੜੀ ਅਰਦਾਸ ਹੈ? ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ। ਧਿਆਨ ਨਾਲ ਸੁਣਿਓ ਪਿਆਰਿਓ, ਬਚਨੀ ਤੋਰ ਯਾਨੀ ਕਿ ਤੁਹਾਡੇ ਬਚਨਾਂ ਤੇ, ਤੁਹਾਡੀ ਸਿੱਖਿਆ ਤੇ ਮੋਰ ਮਨ ਮਾਨੈ, ਮੇਰਾ ਮਨ ਤੁਹਾਡੀ ਸਿੱਖਿਆ ਨੂੰ ਮੰਨ ਲਵੇ। ਜੋ ਤੁਸੀਂ ਸਿੱਖਿਆ ਦਿੱਤੀ ਆ ਉਹਨੂੰ ਮੈਂ ਮਿੱਠੀ ਕਰਕੇ ਮੰਨ ਲਵਾਂ। ਜਿਵੇਂ ਪਿਓ ਨੇ, ਦਾਦੇ ਨੇ ਕੋਈ ਸਿਆਣੀ ਗੱਲ ਕਹੀ ਹੋਵੇ ਤੇ ਬੱਚਾ ਕਵੇ ਮੈਂ ਰੋਜ਼ ਇਹੋ ਅਰਦਾਸ ਕਰਦਾ ਕਿ ਜੋ ਮੇਰਾ ਪਿਓ, ਮੇਰਾ ਦਾਦਾ, ਮੇਰੀ ਮਾਂ, ਮੇਰੇ ਘਰ ਦੇ ਮੈਨੂੰ ਚੰਗੀ ਸਿੱਖਿਆ ਦੇ ਰਿਹਾ, ਮੇਰਾ ਮਨ ਉਸ ਸਿੱਖਿਆ ਨੂੰ ਗ੍ਰਹਿਣ ਕਰ ਲਵੇ। ਮੇਰੀ ਤੁਹਾਡੇ ਗਾੜੀ ਇਹੋ ਹੀ ਅਰਦਾਸ ਆ ਕਿ ਮੈਂ ਤੁਹਾਡੀ ਸਿੱਖਿਆ ਦੀ ਕਦੀ ਕੁਤਾਹੀ ਨਾ ਕਰ ਸਕਾਂ। ਕਦੀ ਹੈ ਸਾਡੇ ਜੀਵਨ ਦੀ ਅਰਦਾਸ ਹੁੰਦੀ ਆ ਕਿ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਮੰਨ ਸਕਾਂ। ਸਾਡਾ ਤਾਂ ਜ਼ੋਰ ਇਹ ਲੱਗਾ ਹੁੰਦਾ ਮਹਾਰਾਜ ਨੂੰ ਮਨਾ ਲਈਏ ਜੋ ਅਸੀਂ ਚਾਹੁੰਦੇ ਹਾਂ। ਹੁਣ ਮਹਾਰਾਜ ਚਾਹੁੰਦੇ ਤੁਹਾਡੇ ਘਰ ਧੀ ਹੋਵੇ ਤੇ ਮੇਰਾ ਜ਼ੋਰ ਲੱਗਾ ਨਹੀਂ ਮੈਂ ਮਹਾਰਾਜ ਨੂੰ ਮਨਾਵਾਂ, ਧੀ ਨਾ ਦੇ ਮੈਨੂੰ, ਬੋਲੋ ਸਾਰੇ, ਪੁੱਤਰ ਦੇ। ਸਾਡਾ ਜ਼ੋਰ ਗੁਰੂ ਦੇ ਬਚਨਾਂ ਨੂੰ ਮੰਨਣ 'ਤੇ ਨਹੀਂ ਲੱਗਾ, ਸਾਡਾ ਜ਼ੋਰ ਗੁਰੂ ਨੇ ਆਪਣੇ ਬਚਨ ਮਨਾਉਣ 'ਤੇ ਲੱਗਾ ਹੋਇਆ। ਤੇ ਨਾਲੇ ਕਹਿੰਦੇ ਅਸੀਂ ਤਾਂ ਅਰਦਾਸ ਹੀ ਕੀਤੀ ਆ, ਅਰਦਾਸ ਆ ਪਰ ਕੀਤੀ ਹੁਕਮ ਦੀ ਤਰ੍ਹਾਂ ਵਾ। ਆ ਜਿਹੜੀਆਂ ਸੁਖਣਾ ਹੁੰਦੀਆਂ ਨੇ ਇਹ ਅਰਦਾਸ ਨਹੀਂ ਹੁੰਦੀਆਂ, ਇਹ ਹੁਕਮ ਹੁੰਦਾ ਵਾ, ਇਹ ਕਮਿਟਮੈਂਟ ਹੁੰਦੀ ਹੈ ਕਿ ਸ਼ਰਤ ਹੁੰਦੀ ਆ। ਮਹਾਰਾਜ ਪੋਤਰਾ ਦਿਓਗੇ ਤੇ ਅਖੰਡ ਪਾਠ ਕਰਾਊਂ, ਤੇ ਜੇ ਨਾ ਦਿੱਤਾ ਤੇ ਫਿਰ ਰਹਿਣ ਦੂੰ। ਇਹਦਾ ਮਤਲਬ ਇਹੋ ਹੀ ਹੋਇਆ, ਮਹਾਰਾਜ ਪੋਤਰਾ ਦਿਓਗੇ ਤੇ ਲੰਗਰ ਲਵਾਊਂ, ਤੇ ਜੇ ਨਾ ਦਿੱਤਾ ਬੋਲੋ ਜੀ। ਇਹ ਤਾਂ ਸੇਮ ਇੱਦਾਂ ਹੋ ਗਿਆ ਕਿ ਤੁਸੀਂ ਆਪਣੇ ਬੱਚੇ ਨੂੰ ਕਹੋ ਜਾ ਪੁੱਤਰ ਪਾਣੀ ਦਾ ਗਲਾਸ ਲੈ ਕੇ ਆ, ਤੇ ਬੱਚਾ ਕਹੇ ਪਾਣੀ ਦਾ ਗਲਾਸ ਲਿਆਉਂਗਾ, ਗਲੀ ਵਿੱਚ ਕੁਲਫੀ ਵੇਚਣ ਵਾਲਾ ਆ, ਰੁਪਈਏ ਦਿਓ 20। ਤੁਹਾਡਾ ਮੱਥਾ ਠਣਕੂਗਾ ਨਾ ਵੀ ਅੱਜ ਪਾਣੀ ਮੰਗਿਆ, ਆਂਦਾ 20 ਰੁਪਈਏ ਦਿਓ। ਕੱਲ੍ਹ ਨੂੰ ਕਿਹਾ ਮਾਂ ਘਰ ਨਹੀਂ, ਚਾਹ ਬਣਾ ਲਾ, ਉਹਨੇ ਕਿਹੜਾ 50 ਲਿਆ। ਪਰਸੋਂ ਕਹੂੰਗਾ ਪੁੱਤ ਐਂ ਕਰ ਚੌਲ ਹੀ ਬਣਾ ਲਾ, ਮਾਂ ਘਰ ਨਹੀਂ, ਉਹ ਕਹੂਗਾ ਰੁਪਈਆ ਲਿਆ 100, ਚੌਲ ਕਹੇ ਵਿੱਚ ਗੋਭੀ ਮਟਰ ਜੋ ਕਹੇ ਪਾ ਦੂੰ। ਪਰਸੋਂ ਹੋਰ ਥੋੜ੍ਹੀ ਜਿਹੀ ਗੱਲ ਕਿ ਵੀ ਪੁੱਤ ਸਬਜ਼ੀ ਬਣਾ ਲਾ, ਰੋਟੀਆਂ 2 ਫੁਲਕੇ ਲਾ ਲਾ, ਉਹ ਕਹੇ ਰੁਪਈਆ ਲਿਆ 200। ਤੁਹਾਡਾ ਮੱਥਾ ਠਣਕੂਗਾ ਨਾ, ਇਹਨੂੰ ਚੰਗਾ ਢਾਬੇ 'ਚੋਂ ਲੈ ਮੰਗਾ ਲਾਂ ਵੀ ਪੁੱਤ ਸ਼ਰਤਾਂ ਨਾਲ ਚੀਜ਼ਾਂ ਮੰਗਦਾ ਮੇਰੇ ਕੋਲੋਂ, ਮੈਂ ਤੈਨੂੰ ਕੰਮ ਕਹਿਣਾ ਤੂੰ ਪੈਸੇ ਮੇਰੇ ਕੋਲ ਮੰਗੀ ਜਾਂਦਾ। ਸਾਨੂੰ ਤਾਂ ਆਪਣਾ ਬੱਚਾ ਪਸੰਦ ਨਹੀਂ ਰਿਹਾ ਸਾਡੇ ਨਾਲ ਸ਼ਰਤਾਂ ਲਾਵੇ, ਤੇ ਗੁਰੂ ਨੂੰ ਇਹੋ ਜਿਹਾ ਸਿੱਖ ਕਿੱਦਾਂ ਪਸੰਦ ਆ ਜਾਊ ਬਈ ਜਿਹੜਾ ਸ਼ਰਤਾਂ ਰੱਖ ਰਿਹਾ ਗੁਰੂ ਦੇ ਸਾਹਮਣੇ। ਸ਼ਰਤ ਆ ਆੜੀ ਸੁਖਣਾ ਸ਼ਰਤ ਹੁੰਦੀ ਹੈ। ਮਹਾਰਾਜ ਮੇਰਾ ਆਹ ਕੰਮ, ਮਹਾਰਾਜ ਮੈਨੂੰ ਨੌਕਰੀ ਦਿਵਾਓਗੇ ਨਾ ਤੇ ਮੈਂ ਫਿਰ ਤੁਹਾਡੇ ਪੱਖਾ ਚੜਾਊਂ, ਤੇ ਜੇ ਨੌਕਰੀ ਨਾ ਮਿਲੀ ਤਾਂ ਫਿਰ ਮਹਾਰਾਜ ਤੁਹਾਡੀ ਸੰਗਤ ਗਰਮੀ 'ਚ ਮਰੂ। ਇਹਦਾ ਮਤਲਬ ਫਿਰ ਇਹੋ ਹੀ ਹੋਇਆ ਵੀ ਜੇ ਮੇਰੀ ਗੱਲ ਮੰਨੋਗੇ ਤਾਂ ਏਸੀ ਚੜਾਉਣਾ, ਜੇ ਤੁਸੀਂ ਮੇਰੀ ਗੱਲ ਨਾ ਮੰਨੀ ਫਿਰ ਮੈਂ ਏਸੀ। ਸੋਚ ਕੇ ਵੇਖੋ। ਹੁਣ ਭਗਤ ਕਬੀਰ ਜੀ ਕੀ ਕਬੀਰ ਕਾਮ ਪਰੇ ਹਰ ਸਿਮਰਿਐ, ਕੰਮ ਪੈ ਗਿਆ ਤੇ ਰੱਬ ਚੇਤੇ ਕਰ ਲਿਆ।
ਜਿਵੇਂ ਕੰਮ ਪੈਣ 'ਤੇ ਕਈ ਬੰਦੇ ਤੁਸੀਂ ਵੇਖਿਆ ਨਾ, ਕਈ ਤੁਹਾਡੇ ਮੋਬਾਈਲ 'ਚ ਕਈ ਇੱਦਾਂ ਦੇ ਨੰਬਰ ਵੀ ਹੋਣੇ ਆ ਜਿਹੜੇ ਸਿਰਫ ਉਦੋਂ ਹੀ ਤੁਹਾਨੂੰ ਫੋਨ ਆਉਂਦੇ ਜਦੋਂ ਉਹਨਾਂ ਨੂੰ ਕੰਮ ਹੁੰਦਾ ਕੋਈ। ਅਤੇ ਕਈ ਨੰਬਰ ਇੱਦਾਂ ਦੇ ਹੁੰਦੇ ਜਿਹੜੇ ਅੱਗੋਂ ਪਿੱਛੋਂ ਵੀ ਫੋਨ ਕਰਕੇ ਪੁੱਛਦੇ, ਹੋਰ ਭਾਪਾ ਜੀ ਦਾ ਕੀ ਹਾਲ ਆ, ਬੀਬੀ ਜੀ ਠੀਕ ਆ, ਭੈਣ ਜੀ ਠੀਕ ਆ, ਬੱਚੇ ਵਧੀਆ ਨੇ, ਇੱਦਾਂ ਵੀ ਫੋਨ ਆਉਂਦੇ ਰਹਿੰਦੇ ਆ। ਅਤੇ ਕਈਆਂ ਦੇ ਫੋਨ ਪਤਾ ਕਦੋਂ ਆਉਂਦੇ ਆ, ਜਦੋਂ ਉਹਨਾਂ ਨੂੰ ਕੋਈ ਤੁਹਾਡੇ ਤਾਈਂ, ਅਤੇ ਫਿਰ ਆਪਾਂ ਫੋਨ ਚੁੱਕਦਿਆਂ ਸਾਰੀ ਹਿਸਾਬ ਲਾ ਲੈਂਦੇ ਹਾਂ। ਉਹ ਪੁੱਛੂਗਾ ਹੋਰ ਭਾਪਾ ਜੀ ਦਾ ਕੀ ਹਾਲ ਆ, ਬੀਬੀ ਦਾ ਕੀ ਹਾਲ ਆ, ਅਤੇ ਆਪਾਂ ਫਿਰ ਅੱਗੇ ਦਵਾ ਦਵ ਕੰਮ ਨਿਬੇੜਦੇ ਹਾਂ। ਭਾਪਾ ਜੀ ਵੀ ਠੀਕ ਆ, ਬੀਬੀ ਜੀ ਵੀ ਠੀਕ ਆ, ਤੁਸੀਂ ਦੱਸੋ ਆਪਾਂ ਨੂੰ ਯਾਦ ਕਿਵੇਂ ਕੀਤਾ? ਕਿਉਂਕਿ ਪਤਾ ਹੁੰਦਾ ਵੀ ਇਹਨੇ ਕੋਈ ਨਾ ਕੋਈ ਸਾਨੂੰ, ਬੋਲੋ ਪਿਆਰਿਓ, ਕੰਮ ਕਹਿਣਾ, ਕਿਉਂਕਿ ਅੱਗੋਂ ਪਿੱਛੋਂ ਤਾਂ ਕਦੀ ਨਾ ਭਾਪੇ ਦਾ ਪਤਾ ਅਤੇ ਨਾ ਬੀਬੀ ਦਾ ਪਤਾ। ਕੰਮ ਪੈਣ 'ਤੇ ਚੇਤਾ ਕਰ ਲਓ। ਸਾਨੂੰ ਇਹੋ ਜਿਹੇ ਬੰਦੇ ਪਸੰਦ ਹੁੰਦੇ ਆ ਜੀ, ਬੋਲ ਕੇ ਦੱਸਿਓ, ਜਿਹੜੇ ਕੰਮ ਪੈਣ 'ਤੇ ਚੇਤਾ ਕਰਨ। ਅਤੇ ਫਿਰ ਗੁਰੂ ਨੂੰ ਇਹੋ ਜਿਹਾ ਸਿੱਖ ਕਿੱਦਾਂ ਪਸੰਦ ਹੋ ਜੂ, ਜਿਹੜਾ ਲੋੜ ਪੈਣ 'ਤੇ ਦਰੀਆਂ ਝਾੜਦਾ ਆਣ ਕੇ, ਜਿਹੜਾ ਲੋੜ ਪੈਣ 'ਤੇ ਕਹਿੰਦਾ ਮੈਂ ਮਹਾਰਾਜ ਮੈਂ ਤਾਂ ਤੇਰੇ ਪਾਠ ਕਰ ਰਿਹਾ, ਮੈਨੂੰ ਤੇਰੇ ਤੋਂ ਹੀ ਆਹ ਲੋੜ ਪੈ ਗਈ, ਮੇਰਾ ਕੰਮ ਸਵਾਰ ਦੇ, ਮੈਂ ਤਾਂ ਖਲੋਤਾ ਇੱਥੇ। ਕਬੀਰ ਕਾਮ ਪਰੇ ਹਰ ਸਿਮਰਿਐ, ਕੰਮ ਪੈ ਗਿਆ ਤੇ ਸਿਮਰ ਲਿਆ, ਚੇਤੇ ਕਰ ਲਿਆ। ਐਸਾ ਸਿਮਰੋ ਨਿਤ, ਕਿਤੇ ਬਿਨਾਂ ਕੰਮ ਤੋਂ ਵੀ ਚੇਤੇ ਕਰਕੇ ਵੇਖੋ। ਅਮਰਾਪੁਰ ਬਾਸਾ ਕਰੋ। ਹੁਣ ਬਾਪ ਨੇ ਪਾਣੀ ਮੰਗਿਆ ਅਤੇ ਪੁੱਤ ਨੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਬਾਪ ਨੇ ਸਗੋਂ ਪੁੱਛਿਆ ਪੁੱਤ ਕੋਈ ਚਾਹੀਦਾ? ਆਂਦਾ ਨਹੀਂ ਬਾਪੂ ਜੀ, ਸਭ ਕੁਝ ਤੁਹਾਡਾ ਦਿੱਤਾ ਮੇਰੇ ਕੋਲ ਹੈਗਾ। ਅਤੇ ਜੀ ਇੱਕ ਵਕਤ ਐਸਾ ਆਇਆ, ਬਾਪ ਆਪੇ ਬਾਜ਼ਾਰੋਂ ਬੱਚਿਆਂ ਵਾਸਤੇ ਚੀਜ਼ਾਂ ਖਰੀਦ ਕੇ ਲਈ ਆਉਂਦਾ। ਕਈ ਘਰਾਂ 'ਚ ਨਾ ਬੱਚੇ ਕਹਿੰਦੇ ਡੈਡੀ ਮੇਰੇ ਕੋਲ ਤਾਂ ਆਹ ਚੀਜ਼ ਹੈਗੀ ਸੀ, ਕਿਉਂ ਲਿਆ ਕੇ ਦਿੱਤੀ? ਕਿਉਂਕਿ ਉਹਨੂੰ ਪਤਾ ਇਹ ਮੇਰੇ ਆਗਿਆਕਾਰੀ ਪੋਤਾ, ਇਹਨੇ ਮੰਗਣਾ ਨਹੀਂ, ਮੈਨੂੰ ਆਪੇ ਲਿਆ ਕੇ ਦੇਣਾ ਵਾ। ਉੱਥੇ ਪਰ ਬਾਪ ਆਪਣੇ ਆਪ ਹੀ ਆਪਣੇ ਬੱਚਿਆਂ ਦੀਆਂ, ਮਾਵਾਂ ਆਪਣੇ ਆਪ ਹੀ ਆਪਣੇ ਪੁੱਤਾਂ ਧੀਆਂ ਦੀਆਂ ਰੀਝਾਂ ਪੂਰੀਆਂ ਕਰ ਦਿੰਦੇ ਆ। ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ। ਕੰਮ ਪੈਣ 'ਤੇ ਆਪਾਂ ਚੇਤੇ ਕਰਦੇ ਹਾਂ, ਬਿਨਾਂ ਕੰਮ ਤੋਂ ਚੇਤੇ ਕਰਕੇ ਵੇਖੀ ਉਸ ਮਾਲਕ ਨੂੰ, ਬਿਨਾਂ ਕੰਮ ਤੋਂ। ਇੱਦਾਂ ਰਿਸ਼ਤੇਦਾਰ ਸਾਕ ਸੰਬੰਧੀਆਂ 'ਤੇ ਵੀ ਗੱਲ ਢੁਕਦੀ ਆ, ਕਿਤੇ ਬਿਨਾਂ ਕੰਮ ਤੋਂ ਵੀ ਹਾਲ ਚਾਲ ਪੁੱਛ ਲਿਆ ਕਰੀਏ, ਰੂਟੀਨ ਬਣਾ ਲਿਆ ਕਰੀਏ, ਵੀ ਪੁੱਛ ਲਿਆ ਕਰੀਏ, ਹੋਰ ਮਾਸੀ ਜੀ ਠੀਕ ਜੇ, ਹੋਰ ਤਾਇਆ ਚਾਚਾ ਰਿਸ਼ਤੇਦਾਰ ਦੋਸਤ ਮਿੱਤਰ ਠੀਕ ਜੇ। ਅਗਲਾ ਵੀ ਕਵੇ ਭਾਈ ਇਹ ਅੱਗੋਂ ਪਿੱਛੋਂ ਵੀ ਮੇਰਾ ਹਾਲ ਚਾਲ ਪੁੱਛਦਾ ਰਹਿੰਦਾ, ਨਹੀਂ ਤਾਂ ਮੋਹਰ ਲੱਗ ਜਾਣੀ ਆ ਵੀ ਲੋੜ ਪੈਣ 'ਤੇ ਹੀ ਭਾਈ ਯਾਦ ਕਰਦਾ। ਕਬੀਰ ਕਾਮ ਪਰੇ ਹਰ ਸਿਮਰਿਐ, ਐਸਾ ਸਿਮਰੋ ਨਿਤ। ਜੇ ਬਿਨਾਂ ਕੰਮ ਤੋਂ ਅਸੀਂ ਉਸ ਮਾਲਕ ਨੂੰ ਚੇਤੇ ਕਰਾਂਗੇ, ਇਹਦਾ ਫਾਇਦਾ ਕੀ ਹੋਊ ਭਲਾ? ਸੁਣਿਓ ਭਗਤ ਕਬੀਰ ਜੀ ਕੀ ਕਹਿੰਦੇ ਨੇ। ਅਮਰਾਪੁਰ ਬਾਸਾ ਕਰੋ। ਅਮਰਾਪੁਰ ਬਾਸਾ ਕਰੋ ਦਾ ਅਰਥ ਪਤਾ ਕੀ ਹੈ ਭਾਈ? ਲੋਕ ਮਰਨ ਤੋਂ ਬਾਅਦ ਕਹਿੰਦੇ ਸਵਰਗ ਮਿਲਦਾ, ਤੂੰ ਜਿਉਂਦੇ ਜੀ ਅਮਰਾਪੁਰ ਵਾਸਿਆ ਕਰੇਗਾ, ਜਿਉਂਦੇ ਜੀ ਸਵਰਗ ਬੈਕੁੰਠ ਦਾ ਮਾਲਕ ਬਣ ਜਾਏਗਾ। ਅਮਰਾਪੁਰ ਬਾਸਾ ਕਰੋ। ਹਰ ਗਿਆ, ਜਿਹੜਾ ਤੇਰੇ ਅੰਦਰੋਂ ਹਰੀ ਗਿਆ ਸੀ ਨਾ, ਜਿਹੜਾ ਤੇਰੇ ਅੰਦਰੋਂ ਰੱਬੀ ਗੁਣ ਚਲੇ ਗਿਆ ਸੀ। ਬਹੋਰ ਹੈ ਬਿੱਤ ਕਹਿੰਦੇ ਖਜ਼ਾਨੇ ਨੂੰ, ਜਿਹੜਾ ਖਜ਼ਾਨਾ ਤੇਰੇ ਜੀਵਨ 'ਚੋਂ ਜਾ ਚੁੱਕਾ ਸੀ ਨਾ ਰੱਬੀ ਗੁਣਾਂ ਦਾ, ਉਹਨੂੰ ਤੂੰ ਮੋੜ ਕੇ ਲਿਆ ਸਕਦਾ ਜੇ ਬਿਨਾਂ ਮਤਲਬ ਤੋਂ ਵੀ ਆਪਣੇ ਮਾਲਕ ਨਾਲ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ। ਜੇ ਤੈਨੂੰ ਕੋਈ ਪੁੱਛੇ ਤੂੰ ਗੁਰਦੁਆਰੇ ਕਿਉਂ ਨਾ ਬਾਣੀ ਕਿਉਂ ਪੜ੍ਹਦਾ, ਤੂੰ ਕਹ ਆਪਣੇ ਜੀਵਨ ਨੂੰ ਸਵਾਰ ਲਈ ਪੜ੍ਹਦਾ। ਜੇ ਬੱਚਾ ਬਿਨਾਂ ਮਤਲਬ ਤੋਂ ਆਪਣੇ ਮਾਂ ਬਾਪ ਦੀ ਸੇਵਾ ਕਰੇ, ਫਿਰ ਉਹਨਾਂ ਬੱਚਿਆਂ ਨੂੰ ਕਿਤੇ ਕਿਸੇ ਚੀਜ਼ ਦੀ ਕਮੀ ਥੋੜ੍ਹਾ ਰਹਿੰਦੀ ਆ। ਹੁਣ ਜਿਹੜੇ ਬੰਦੇ ਇਹ ਵੇਖ ਕੇ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਕਿ ਬਾਪੂ ਦੀ ਪੈਨਸ਼ਨ ਆਉਂਦੀ ਹੈ, ਬਾਪੂ ਚੜ੍ਹਾਈ ਕਰ ਗਿਆ, ਮਾਂ ਦੀ ਪੈਨਸ਼ਨ ਆਉਂਦੀ ਹੈ, ਅਤੇ ਮੈਂ ਇਸੇ ਨਾ ਅਸੀਂ ਪੈਸੇ ਕਰਕੇ ਮਾਂ ਬਾਪ ਦੀ ਰਿਸਪੈਕਟ ਨਹੀਂ ਕਰਨੀ। ਬਾਪ ਕੁਝ ਵੀ ਨਾ ਕਮਾਉਂਦਾ ਹੋਵੇ, ਮਾਂ ਕੁਝ ਵੀ ਨਾ ਕਮਾਉਂਦੀ ਹੋਵੇ, ਮਾਂ ਦਾ ਫਿਰ ਵੀ ਧੰਨਵਾਦ ਆ, ਉਹਨੇ ਮੈਨੂੰ ਜੀਵਨ 'ਤੇ ਦਿੱਤਾ ਨਾ, ਨਹੀਂ ਤਾਂ ਸਮਾਜ ਦੇ ਮੱਥੇ 'ਤੇ ਕਲੰਕ ਲੱਗ ਜੂ ਕਿ ਉਹਨਾਂ ਬਜ਼ੁਰਗਾਂ ਦੀ ਰਿਸਪੈਕਟ ਹੁੰਦੀ ਹੈ ਜਿਨ੍ਹਾਂ ਦੇ ਕੋਲ 4 ਪੈਸੇ ਆ। ਨਹੀਂ, ਮੈਂ ਉਸ ਬਾਪੂ ਮਾਂ ਦੀ ਵੀ ਰਿਸਪੈਕਟ ਕਰਨੀ ਆ ਜਿਹਨੇ ਮੈਨੂੰ ਭੁੱਖੇ ਰਹਿ ਕੇ ਪਾਲਿਆ, ਜਿਹਨੇ ਆਪ ਗਿੱਲਿਆਂ ਥਾਵਾਂ 'ਤੇ ਪੈ ਕੇ ਮੇਰੀਆਂ ਸਧਰਾਂ ਪੂਰੀਆਂ ਕੀਤੀਆਂ ਨੇ। ਜਿੱਦਣ ਅਸੀਂ ਪਦਾਰਥਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਜ਼ਿੰਦਗੀ ਜਿਉਣ ਲੱਗ ਪਏ, ਅਗਲਾ ਕਹੇਗਾ ਭਾਈ, ਮੈਂ ਕਹਿੰਦਾ ਜਦੋਂ ਸੱਸ ਦੁਨੀਆ ਤੋਂ ਜਾਵੇ, ਧੀਆਂ ਨਾਲੋਂ ਵੱਧ ਨੂੰਹਾਂ ਰੋਣ ਕਿ ਮੇਰੀ ਮਾਂ ਨੂੰ ਗਈ ਨੂੰ ਤੇ ਕਿੰਨੇ ਸਾਲ ਹੋ ਗਏ ਸੀ, ਮੈਨੂੰ ਉਦੋਂ ਨਹੀਂ ਮਹਿਸੂਸ ਹੋਇਆ ਮੇਰੀ ਮਾਂ ਗਈ ਹੈ, ਮੈਂ ਅੱਜ ਮਹਿਸੂਸ ਕਰਦੀ ਹਾਂ ਮੇਰੀ ਮਾਂ ਅੱਜ ਗਈ ਹੈ। ਕਿਉਂ? ਕਿਉਂਕਿ ਕਦੀ ਸਾਡੀ ਸੱਸ ਨੇ ਸਾਡੀ ਮਾਂ ਦੀ ਕਮੀ ਮਹਿਸੂਸ ਹੋਣ ਦਿੱਤੀ ਨਹੀਂ। ਇਹ ਕਰੈਕਟਰ ਬਣ ਸਾਡੀਆਂ ਬਜ਼ੁਰਗ ਮਾਵਾਂ ਦਾ।
ਰੱਬ ਨਾ ਕਰੇ ਕਿਤੇ ਕੋਈ ਘਟਨਾ ਵਾਪਰ ਜਾਏ, ਨਹੁੰ ਦੁਨੀਆ ਤੋਂ ਚਲੀ ਜਾਵੇ, ਸੱਸ ਕਵੇ ਮੈਂ ਕਿੱਥੋਂ ਲੱਭਾਂਗੀ ਇੱਦਾਂ ਦੀ ਧੀ। ਮੇਰੀ ਧੀ ਨਾਲ ਮੈਂ ਉਹਨੇ ਦੁੱਖ ਸੁੱਖ ਨਹੀਂ ਸੀ ਫੋਲਦੀ ਜਿੰਨੀ ਮੈਂ ਆਪਣੀ ਨੂੰਹ ਨਾਲ ਬੋਲਦੀ ਸੀ। ਇਹ ਪਾਠ ਕਰੋ, ਬਾਣੀ ਪੜ੍ਹੋ, ਪਰ ਆਪਣੇ ਘਰਾਂ ਦੇ ਮਸਲੇ ਖੁਦ ਸਮਾਜ ਵਿੱਚ ਆਪ ਨਜਿੱਠਣ ਦੀ ਕੋਸ਼ਿਸ਼ ਕਰੋ। ਸਾਨੂੰ ਬਾਣੀ ਇਹੋ ਸਿਖਾਉਂਦੀ ਹੈ, ਨਿਵਣ ਸੋ ਅੱਖਰ ਖਵਣ ਗੁਣ ਜੇ ਬਾਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵਈ ਕੰਤ। ਇਹ ਗੁਣ ਸਿਖਾਉਂਦੀ ਬਾਣੀ ਸਾਨੂੰ। ਤੋ ਸਤਿਕਾਰਯੋਗ ਜੋ ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਕਹੀ ਕਿ ਭਾਈ ਉਹ ਜੇ ਮਾਲਕ ਵਰਗਾ ਨਾਥ ਕੋਈ ਨਹੀਂ, ਮੇਰੇ ਵਰਗਾ ਅਨਾਥ ਕੋਈ ਨਹੀਂ, ਇਹੋ ਗੱਲ ਹੀ ਭਾਈ ਗੁਰਦਾਸ ਜੀ ਨੇ, ਉਹ ਗੱਲ ਹੀ ਭਗਤ ਰਵਿਦਾਸ ਜੀ ਨੇ, ਇਹ ਸਾਂਝ ਵਿਚਾਰਾਂ ਦੀ ਸੀ ਸਾਰੀ। ਹੋਏ ਕਿਹੜੇ ਕਿਹੜੇ ਸਮੇਂ ਤੇ ਇੱਥੇ ਭਗਤ ਰਵਿਦਾਸ ਜੀ ਕਹਿੰਦੇ ਹਮਸਰ ਦੀਨ ਦਇਆਲ ਨਾ ਤੁਮ ਸਰ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਮੇਰੇ ਵਰਗਾ ਦੀਨ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ ਬਚਨੀ ਤੋਰ, ਤੁਹਾਡੇ ਬਚਨਾਂ ਤੇ ਮੋਰ ਮਨ ਮੰਨੈ, ਤੁਹਾਡੀ ਸਿੱਖਿਆ ਨੂੰ ਮੇਰਾ ਮਨ ਮੰਨ ਲਵੇ। ਜਨ ਕੋ ਪੂਰਨ ਦੀਜੈ, ਜਨ ਨੂੰ ਇਹ ਪੂਰਨ ਭਰੋਸਾ ਬਖਸ਼ਿਸ਼ ਕਰੋ। ਆਪਾਂ ਰੋਜ਼ ਅਰਦਾਸ ਵਿੱਚ ਖਲੋ ਕੇ ਪੜ੍ਹਦੇ ਹਾਂ, ਗ੍ਰੰਥੀ ਸਿੰਘ ਰੋਜ਼ ਸਾਡੇ ਲਈ ਮੰਗਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਸਾਰੇ ਪੜ੍ਹੋ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ। ਇਹ ਭਰੋਸਾ ਕਿਹਦੇ ਲਈ ਮੰਗ ਰਿਹਾ? ਸਾਡੇ ਲਈ, ਸਾਡੇ ਲਈ ਭਰੋਸਾ ਮੰਗ ਰਿਹਾ, ਸਾਡੇ 'ਤੇ ਭਰੋਸਾ। ਅਸੀਂ ਬੱਸ ਡਰਾਈਵਰ 'ਤੇ ਕਿੰਨੇ ਐਕਸੀਡੈਂਟ ਹੁੰਦੇ ਨੇ ਬੱਸਾਂ 'ਤੇ, ਕੀ ਲੋਕ ਬੱਸਾਂ 'ਚੋਂ ਸਫ਼ਰ ਕਰਨਾ ਬੰਦ ਕਰ ਗਏ? ਟ੍ਰੇਨਾਂ ਦੇ ਕਿੰਨੇ ਐਕਸੀਡੈਂਟ ਹੁੰਦੇ ਨੇ, ਕੀ ਲੋਕ ਟ੍ਰੇਨਾਂ 'ਚੋਂ ਸਫ਼ਰ ਕਰਨਾ ਬੰਦ ਕਰ ਗਏ? ਕਿੰਨੇ ਲੋਕ ਪਲੇਨ ਵਿੱਚ ਘਟਨਾਵਾਂ ਵਾਪਰ ਜਾਂਦੀਆਂ, ਕੀ ਲੋਕ ਪਲੇਨ ਵਿੱਚ ਸਫ਼ਰ ਕਰਨਾ ਬੰਦ ਕਰ ਗਏ? ਨਹੀਂ। ਹੌਸਪੀਟਲਾਂ 'ਚੋਂ ਡੈੱਡ ਬੋਡੀਆਂ ਵੀ ਆਉਂਦੀਆਂ ਨੇ, ਕੀ ਉਹਨਾਂ ਹੌਸਪੀਟਲਾਂ 'ਚ ਲੋਕ ਮਰੀਜ਼ ਲਿਜਾਣਾ ਬੰਦ ਕਰ ਗਏ? ਨਹੀਂ, ਫਿਰ ਵੀ ਲੋਕ ਲੈ ਕੇ ਜਾਂਦੇ ਨੇ। ਆਪਰੇਸ਼ਨ ਥੀਏਟਰ 'ਚ ਜਦੋਂ ਮਰੀਜ਼ ਲੈ ਕੇ ਜਾਂਦੇ ਆ, ਕੋਈ ਮੇਜਰ ਆਪਰੇਸ਼ਨ ਹੋਣਾ ਹੋਵੇ, ਤੇ ਕਈ ਵਾਰੀ ਡਾਕਟਰ ਪਰਿਵਾਰ ਦੇ ਨਜ਼ਦੀਕੀ ਕੋਲੋਂ ਸਿਗਨੇਚਰ ਕਰਾਉਂਦੇ ਨੇ, ਪੁੱਤਰ ਹੋਵੇ ਤੇ ਮਾਂ ਕੋਲੋਂ, ਪਤਨੀ ਹੋਵੇ ਤੇ ਪਤੀ ਕੋਲੋਂ, ਭੈਣ ਹੋਵੇ ਤੇ ਭਰਾ ਰਿਸ਼ਤੇਦਾਰਾਂ ਕੋਲੋਂ, ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਪਰ ਜੇ ਕੋਈ ਅਣਸਖਾਵੀਂ ਘਟਨਾ ਵਾਪਰ ਗਈ ਤੇ ਸਾਡੇ 'ਤੇ ਬਲੇਮ ਨਾ ਲਾਇਓ। ਤੇ ਕੋਈ ਡਾਕਟਰ ਨਹੀਂ ਚਾਹੁੰਦਾ ਮੇਰੇ ਕੋਲੋਂ ਮਰੀਜ਼ ਦੀ ਮੌਤ ਹੋਵੇ, ਕਿਉਂਕਿ ਉਹਦਾ ਵੀ ਤਾਂ ਰੈਕਟ ਖਰਾਬ ਹੁੰਦਾ ਹੈ ਨਾ, ਉਹਦਾ ਰਿਕਾਰਡ ਜਿਹੜਾ ਉਹ ਗਲਤ ਹੋ ਜਾਂਦਾ ਹੈ। ਪਰ ਅਸੀਂ ਆਪਣੇ ਹੱਥ ਵੱਢ ਕੇ ਦੇ ਦਿੱਤੇ, ਇੱਕ ਵਾਰੀ ਲਿਖ ਕੇ ਦੇ ਦਿੱਤਾ। ਜੇ ਘਟਨਾ ਵਾਪਰ ਗਈ ਅਸੀਂ ਕੋਈ ਕਲੇਮ ਥੋੜ੍ਹਾ ਕਰ ਸਕਦੇ ਹਾਂ, ਪਰ ਫਿਰ ਵੀ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਡਾਕਟਰ ਸਾਡੇ ਮਰੀਜ਼ ਨੂੰ ਇੱਕ ਨਵਾਂ ਜੀਵਨ ਦੇਵੇਗਾ। ਪਲੇਨ ਉੱਡਣ ਤੋਂ ਪਹਿਲਾਂ ਇੱਕ ਅਨਾਊਂਸਮੈਂਟ ਹੁੰਦੀ ਉਹਦੇ ਵਿੱਚ, ਜਿਨ੍ਹਾਂ ਤੁਹਾਡੇ 'ਚੋਂ ਪਲੇਨ 'ਚ ਕਦੀ ਸਫ਼ਰ ਕੀਤਾ ਹੋਏਗਾ, ਕਿ ਜੇ ਆਕਸੀਜਨ ਦੀ ਕਮੀ ਆਈ ਜਾਂ ਪਲੇਨ ਨੂੰ ਅੱਗ ਲੱਗ ਗਈ ਜਾਂ ਕੋਈ ਘਟਨਾ ਵਾਪਰ ਗਈ, ਤੁਸੀਂ ਇਸ ਪਲੇਨ 'ਚੋਂ ਬਾਹਰ ਕਿੱਦਾਂ ਨਿਕਲਣਾ ਹੈ। ਹੁਣ ਬੰਦਾ ਕਹੀ ਜਾਵੇ ਵੀ ਉੱਡਿਆ ਨਹੀਂ ਹੈ, ਪਹਿਲਾਂ ਡਰਾਈ ਜਾਂਦੇ ਵੀ ਡਿੱਗ ਨਾ ਪਵੇ, ਕਿਤੇ ਅੱਗ ਨਾ ਲੱਗ ਜਾਏ ਕਿਤੇ। ਹੁਣ ਜਿਹੜਾ ਬੰਦਾ ਪਹਿਲੀ ਵਾਰੀ ਪਲੇਨ 'ਚ ਬਹਿਣ ਲੱਗੇ, ਜੇ ਇੱਦਾਂ ਕਹੀ ਜਾਵੇ ਉਹ ਇਹ ਤਾਂ ਕਹੀ ਜਾਂਦੇ ਡਿੱਗ ਪੈਣਾ, ਉਹ ਆਂਦਾ ਡਿੱਗਦਾ ਨਹੀਂ ਹੁੰਦਾ, ਇਹ ਸਿਰਫ ਦੱਸ ਰਿਹਾ ਵੀ ਜੇ ਇੱਦਾਂ ਹੋ ਗਿਆ ਤਾਂ, ਜੇ ਇੱਦਾਂ ਹੋ ਗਿਆ। ਹੁਣ ਦੱਸੋ, ਜਦੋਂ ਆਪਾਂ ਨਵੀਂ ਕਾਰ ਲੈ ਕੇ ਆਉਂਦੇ, ਉਹ 'ਚ ਇੱਕ ਸਟੱਪਣੀ ਹੁੰਦੀ ਹੈ ਨਾ, ਕਾਹਦੇ ਲਈ ਹੁੰਦੀ ਭਲਾ? ਵੀ ਜੇ ਇੱਕ ਟਾਇਰ ਪੈਂਚਰ ਹੋ ਗਿਆ, ਜੇ ਆਪਾਂ ਕਹੀਏ ਲੈ ਤੁਸੀਂ ਕਿੱਦਾਂ ਦੇ ਕਲੈਣੇ ਬੰਦੇ ਜੀ, ਤੁਹਾਨੂੰ ਪਤਾ ਟਾਇਰ ਪੈਂਚਰ ਹੋਣਾ, ਤੁਸੀਂ ਪਹਿਲਾਂ ਸੋਚ ਕੇ ਬੈਠੇ ਹੋ। ਕਹਿੰਦੇ ਜੇ ਪੈਂਚਰ ਹੋ ਗਿਆ ਤੇ ਘਬਰਾਇਓ ਨਾ, ਵੀ ਇਹਦੇ 'ਚ ਪਾਨਾ ਵੀ ਹੈਗਾ, ਜੈਕ ਵੀ ਹੈਗਾ, ਲਾਉਣਾ ਵੀ ਆਉਣਾ ਚਾਹੀਦਾ ਹੈ। ਜੇ ਅਸੀਂ ਬਾਕੀ ਸਾਰਿਆਂ ਕੰਮਾਂ ਲਈ ਵਿਸ਼ਵਾਸ ਕਰਦੇ ਹਾਂ, ਪ੍ਰਪੇਅਰ ਹੋ ਜਾਂਦੇ ਵੀ ਇੱਦਾਂ ਹੋ ਸਕਦਾ ਹੈ, ਪਲੇਨ ਬਾਰੇ ਅਗਲੇ ਅਨਾਉਂਸ ਵੀ ਕਰਤਾ, ਫਿਰ ਵੀ ਸਾਨੂੰ ਪਤਾ ਵੀ ਇਹਨੇ ਪਲੇਨ ਨੇ ਸਾਨੂੰ ਮੰਜ਼ਿਲ 'ਤੇ ਪਹੁੰਚਾ ਦੇਣਾ ਵਾ। ਪਹਿਲੇ ਫੋਨ ਅਨਾਉਂਸਮੈਂਟ ਹੋਣ ਤੋਂ ਬਾਅਦ ਫਿਰ ਪਲੇਨ 'ਚ ਬਹਿਣ ਲੱਗਿਆ ਫੋਨ ਕਰਤਾ, ਇੰਨੇ ਵਜੇ ਮੇਰੀ ਪਲੇਨ ਲੱਗ ਜਾਣਾ, ਇੰਨੇ ਵਜੇ ਮੈਂ ਬਾਹਰ ਆ ਜਾਵਾਂਗਾ, ਮੈਨੂੰ ਲੈ ਜਾਓ ਆਣ ਕੇ। ਵਿਸ਼ਵਾਸ ਆ ਨਾ ਪਹੁੰਚ ਜਾਣਾ। ਗੁਰੂ 'ਤੇ ਇੰਨਾ ਵੀ ਨਹੀਂ ਕਰ ਸਕੇ ਅਸੀਂ। ਮੱਥਾ ਵੀ ਟੇਕੀ ਗਏ, ਅਰਦਾਸ ਵੀ ਕਰੀ ਗਏ, ਫਿਰ ਕਹੀ ਗਏ ਪਤਾ ਨਹੀਂ ਲੱਗਦਾ ਗੱਲ ਬਣਨੀ ਨਹੀਂ ਕਿਸੇ ਬਾਬੇ ਕੋ, ਫਿਰ ਜਾਣਾ ਪੈਣਾ। ਤੇ ਬਾਣੀਆਂ ਦੀ ਜਿਸ ਦਾ ਸਹਿਬ ਨੰਗਾ ਭੁੱਖਾ ਹੋਵੇ ਤੇ ਇਸ ਦਾ ਨਫਰ ਕਿੱਥੋਂ ਰੱਜ ਖਾਏ। ਜਿਹੜਾ ਮਾਲਕ ਆਪਣੇ ਨੰਗਾ ਤੇ ਭੁੱਖਾ ਹੋਏਗਾ, ਉਹਦਾ ਸੇਵਕ ਰੱਜ ਕੇ ਰੋਟੀ ਕਿੱਥੋਂ ਖਾ ਲੇਗਾ ਭਲਾ। ਇਸ ਕਰਕੇ ਆਓ ਭਾਈ, ਮਾਲਕ ਦੇ ਬਚਨਾਂ 'ਤੇ ਭਰੋਸਾ ਵੱਧ ਜਾਏ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੇ। ਤੇ ਅਖੀਰ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮਾਂ, ਸਾਰੇ ਪੜੋ, ਬਹੁਤ ਜਨਮਾਂ ਬਿਸ਼ਰੇ ਥੇ ਮਾਧੋ, हे ਮਾਧੋ, हे ਮਾਇਆ ਦੇ ਪਤੀ ਵਾਹਿਗੁਰੂ ਅਕਾਲ ਪੁਰਖ ਜੀ। ਬਹੁਤ ਜਨਮ ਦਾ ਅਰਥ ਹੈ ਮੈਂ ਆਪਣੇ ਜਨਮ ਦਾ ਬਹੁਤਾ ਹਿੱਸਾ, ਇੱਥੇ ਬਹੁਤ ਜਨਮ ਦਾ ਅਰਥ ਇਹ ਨਹੀਂ ਵੀ ਬਹੁਤੇ ਜਨਮ, ਇਹਦਾ ਮਤਲਬ ਹੈ ਆਪਣੇ ਜੀਵਨ ਦਾ ਬਹੁਤਾ ਹਿੱਸਾ ਮੈਂ ਤੁਹਾਡੇ ਨਾਲੋਂ ਵੀ ਵਿਛੜਿਆ ਰਿਹਾ। ਜਿਵੇਂ ਕਿਸੇ ਬੰਦੇ ਦੀ ਮੰਨ ਲਓ ਉਮਰ ਹੋਵੇ 50 ਸਾਲ, 20 ਸਾਲ, 30 ਸਾਲ, ਉਹ ਕਹਿੰਦਾ ਨਹੀਂ ਆ 20 ਸਾਲ ਤੇ ਮੈਂ ਵਿਛੜਿਆ ਹੀ ਰਿਹਾ,
ਮੈਨੂੰ ਤੇ ਅੱਜ ਪਤਾ ਲੱਗਾ ਗੁਰਮਤਿ ਆਹ ਗੱਲ ਹੈ। ਮੇਰਾ ਤੇ ਅੱਜ ਜਨਮ ਹੋਇਆ। ਮਾਂ ਬਾਪ ਨੇ ਜਨਮ ਦੇ ਦਿੱਤਾ ਸੀ 30 ਸਾਲ ਪਹਿਲਾਂ, 40 ਸਾਲ, 50 ਸਾਲ ਪਹਿਲਾਂ, 70 ਸਾਲ ਪਹਿਲਾਂ, ਪਰ ਗੁਰਮਤਿ ਵਿੱਚ ਮੇਰਾ ਜਨਮ ਅੱਜ ਹੋਇਆ। ਬਹੁਤ ਜਨਮ ਦਾ ਅਰਥ ਹੈ ਜਨਮ ਦਾ ਬਹੁਤਾ ਹਿੱਸਾ, ਆਪਣੇ ਜੀਵਨ ਦਾ ਬਹੁਤਾ ਹਿੱਸਾ ਮੈਂ ਤੇਰੇ ਨਾਲੋਂ ਵਿਛੜਿਆ ਹੀ ਰਿਹਾ। ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਗੁਰਮਤਿ ਆ ਵਾ। ਬਹੁਤ ਜਨਮ ਬਿਛਰੇ ਥੇ ਮਾਧੋ। ਇਹ ਜਨਮ ਕਿਹੜਾ ਜਨਮ? ਜਿਹੜਾ ਤੁਹਾਡੇ ਘਰ ਹੋਇਆ ਵਾ। ਸਾਧ ਸੰਗਤ ਭਇਓ ਜਨਮ ਪ੍ਰਾਪਤ ਹੋਇਆ, ਜਿਹੜਾ ਸਤਿਗੁਰ ਕੇ ਜਨਮ ਹੈ, ਗਮਨ ਮਟਾਇਆ ਜਿਹੜਾ ਜਨਮ ਹੋਇਆ ਵਾ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਮੇਰਾ ਤੁਮਾਰੇ ਲੇਖੇ ਲੱਗ ਜਾਏ, ਤੁਹਾਡੇ ਲੇਖੇ ਲੱਗ ਜਾਏ। ਹੁਣ ਮੈਂ ਸਮਝੋ ਲਿਆ ਵਾ, ਹੁਣ ਮੇਰੀ ਅਰਦਾਸ ਵਾ ਇਹ ਜਨਮ ਤੁਹਾਡੇ ਮੁਤਾਬਕ ਹੀ ਚੱਲੇ। ਕਹਿ ਰਵਿਦਾਸ ਆਸ ਲੱਗ ਜੀਵੋ, ਮੈਂ ਇਸੇ ਆਸ ਨਾਲ ਹੀ ਜ਼ਿੰਦਗੀ ਜਿਉ ਰਿਹਾ ਵਾਂ। ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ ਸੀ ਤੁਹਾਡੇ ਦਰਸ਼ਨ ਕੀਤੇ ਨੂੰ, ਅੱਜ ਸਮਝ ਲੱਗੀ ਆ ਦਾਤਾ ਤੇਰੇ ਦਰਸ਼ਨਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ। ਦਰਸ਼ਨ ਦਾ ਅਰਥ ਹੁੰਦਾ ਸਮਝਣਾ। ਇੱਦਾਂ ਵੇਖਣਾ ਦਰਸ਼ਨ ਨਹੀਂ ਹੈਗਾ, ਇੱਦਾਂ ਮਹਾਰਾਜ ਨੂੰ ਵੇਖ ਲਏ ਦਰਸ਼ਨ ਕਰ ਲਏ। ਇੱਦਾਂ ਤੇ ਸਤਿਗੁਰੂ ਨੂੰ ਸਭ ਕੁਝ ਵੇਖਦਾ। ਜੇਤਾ ਡਿਠੈ ਜਿਚਰ ਸ਼ਬਦ ਨਾ ਕਰੇ ਵਿਚਾਰ। ਆਓ ਗੁਰੂ ਦੇ ਦਰਸ਼ਨ ਕਰੀਏ, ਗੁਰੂ ਦੇ ਸ਼ਬਦ ਨੂੰ ਸਮਝੀਏ, ਆਪਣੇ ਘਰਾਂ 'ਚ ਸਹਿਜ ਪਾਠ ਮੇਰੀਓ ਭੈਣੋ, ਮੇਰੇ ਵੀਰੋ, ਬਜ਼ੁਰਗੋ, ਜਿੰਨਾ ਵੀ ਸਮਾਂ ਲੱਗਦਾ ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਅੱਧਾ ਰੋਜ਼ ਪੜ੍ਹ ਲਓ। ਆਪਣੇ ਘਰਾਂ 'ਚ ਬਾਣੀ ਤੋਂ ਸ਼ੁਰੂਆਤ ਕਰੀਏ, ਗੁਰਬਾਣੀ ਖੁਦ ਪੜ੍ਹੀਏ। ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਨੂੰ ਆਪਣੀ ਜ਼ਿੰਦਗੀ 'ਚੋਂ ਇੰਝ ਹੂੰਜ ਕੇ ਬਾਹਰ ਕਰ ਦਿਓ